ਸ਼ਲੋਕ ਆਠ ਪਹਿਰ ਗੁਣ ਗਾਈਐ ਤਜੀਐ ਅਵਰ ਜੰਜਾੜ ਜਾਮ ਕੰਕਰ ਜੋਹ ਨਾ ਸਕਈ ਨਾਨਕ ਪ੍ਰਭੂ ਦਇਆਲ। ਆਠ ਪਹਿਰ ਗੁਣ ਗਾਈਐ ਤਜੀਐ ਅਵਰ ਜੰਜਾੜ ਜਾਮ ਕਮ ਕਰੁ ਜੋ ਨਾ ਸਕਈ ਨਾਨਕ ਪ੍ਰਭੂ ਦਇਆਲ। ਪੌੜੀ। ਅਸ਼ਟਮੀ ਅਸ਼ਟ ਸਿਧ ਨਵ ਨਿਧ ਸਗਲ ਪਦਾਰਥ ਪੂਰਨ ਬੁੱਧ ਕਵਲ ਪ੍ਰਗਾਸ ਸਦਾ ਆਨੰਦ ਨਿਰਮਲ ਰੀਤ ਨਿਰੋਧਰ ਮੰਤ ਸਗਲ ਧਰਮ ਪਵਿੱਤਰ ਇਸ਼ਨਾਨ ਸਭ ਮਹਿ ਊਚ ਵਿਸ਼ੇਖ ਗਿਆਨ ਹਰ ਹਰ ਭਜਨ ਪੂਰੇ ਗੁਰ ਸੰਗ ਜਪ ਤਰੀਐ ਨਾਨਕ ਨਾਮ ਹਰ ਰੰਗ ਹਰ ਹਰ ਭਜਨ ਪੂਰੇ ਗੁਰ ਸੰਗ ਜਪ ਤਰੀਐ ਨਾਨਕ ਨਾਮ ਹਰ ਰੰਗ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਦੀਨ ਦੁਨੀ ਦੇ ਮਾਲਕ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਦੇ ਸਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਤਿਗੁਰੂ ਜੀ ਦੀ ਅੰਮ੍ਰਿਤਮਈ ਪਾਵਨ ਬਾਣੀ ਦਾ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਸਰਬੱਤ ਸੰਗਤ ਨੇ ਬੜੇ ਸਤਿਕਾਰ ਬੜੇ ਅਦਬ ਸਹਿਤ ਸ਼ਰਵਣ ਕੀਤਾ ਹੈ। ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ, ਜਿੱਥੋਂ ਸਤਿਗੁਰੂ ਜੀ ਦੀ ਉਚਾਰਨ ਕੀਤੀ ਸੁਖਮਨੀ ਸਾਹਿਬ ਬਾਣੀ ਦੀ ਸਮਾਪਤੀ ਹੁੰਦੀ ਹੈ, ਨਾਲ ਹੀ ਅਗਲੇਰੀ ਥਿਤੀ ਨਾਮ ਦੀ ਬਾਣੀ ਰਾਗ ਗੌੜੀ ਦੇ ਵਿੱਚੋਂ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਆਰੰਭ ਹੋ ਜਾਂਦੀ ਹੈ, ਜਿਸ ਦੀ ਆਪ ਸਰਬੱਤ ਸੰਗਤਾਂ ਲੜੀਵਾਰ ਕਥਾ ਵਿਚਾਰ ਨਿਤਾ ਪ੍ਰਤੀ ਗੁਰੂ ਦਰਬਾਰ ਵਿੱਚੋਂ ਸ਼ਰਵਣ ਕਰਦੇ ਹੋ। ਅੱਠਵੀਂ ਥਿਤ ਦਾ ਸੰਕੇਤ ਔਰ ਪ੍ਰਤੀਕ ਵਰਤ ਕੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇਸ ਵਿਚਾਰ ਅਧੀਨ ਜਿਸ ਪੌੜੀ ਅਤੇ ਸ਼ਲੋਕ ਦਾ ਪਾਠ ਆਪ ਜੀ ਨੇ ਸੁਣਿਆ ਹੈ, ਇਸ ਵਿੱਚ ਹਜ਼ੂਰ ਬਖਸ਼ਿਸ਼ ਕਰਦੇ ਹਨ। ਕੁਝ ਐਸੇ ਬੰਧਨ ਹਨ ਜਿਹੜੇ ਮਨੁੱਖ ਨੇ ਮਨੁੱਖ ਦੇ ਮਨ ਨੂੰ, ਮਨੁੱਖ ਦੀ ਸੁਰਤ ਨੂੰ ਪੱਕੇ ਤੌਰ ਉੱਤੇ ਪਏ ਹੋਏ ਹਨ, ਅਤੇ ਜਿਹੜੇ ਬੰਧਨ
ਤੋੜਨ ਵਾਸਤੇ ਕੀ ਕੋਸ਼ਿਸ਼ ਕਰਨੀ ਪਏਗੀ? 8 ਪਹਿਰ ਗੁਣ ਗਾਈਐ, ਜਿਸ ਨੂੰ ਹਜ਼ੂਰ ਕਹਿੰਦੇ ਨੇ 8 ਪਹਿਰ, ਭਾਵ ਹਰ ਵੇਲੇ ਹਰ ਵਕਤ ਉਸ ਸਿਰਜਣਹਾਰ ਅਕਾਲ ਪੁਰਖ ਜੀ ਦੇ ਗੁਣਾਂ ਨੂੰ ਗਾਉਣਾ ਪਏਗਾ, ਉਹਦੀ ਸਿਫਤ ਸਲਾਹ, ਉਹਦੀ ਵਡਿਆਈ, ਉਹਦੇ ਨਾਮ, ਉਹਦੇ ਗੁਣਾਂ ਨਾਲ ਸਾਂਝ ਬਣਾ ਕੇ ਰੱਖਣੀ ਪਵੇਗੀ, ਜਿਸ ਦੇ ਫਲ ਸਰੂਪ ਹੋਵੇਗਾ ਕਿ ਤਜੀਐ ਅਵਰ ਜੰਜਾਲ। ਅਵਰ ਦਾ ਅਰਥ ਹੈ ਉਹ ਹੋਰ ਜੰਜਾਲ, ਭਾਵ ਬੰਧਨ। ਅਰਥਕਾਰਾਂ ਨੇ ਜੰਜਾਲ ਸ਼ਬਦ ਦਾ ਅਰਥ ਉਹ ਬੰਧਨ ਕੀਤਾ ਹੈ ਜਿਹੜੇ ਸਾਡੇ ਅੰਦਰੂਨੀ ਮਨ ਨੂੰ, ਸਾਡੀ ਸੁਰਤ ਨੂੰ ਹਰ ਵੇਲੇ ਪਏ ਰਹਿੰਦੇ ਹਨ, ਜਿਸ ਤੰਗ ਦਿਲੀ ਵਿੱਚ ਅਸੀਂ ਸਦਾ ਵਿਚਰਦੇ ਹਾਂ। ਗੁਰੂ ਪਾਤਸ਼ਾਹ ਜੀ ਨੇ ਇਸ ਵਿਚਾਰ ਦੀ ਬਾਣੀ ਦੇ ਅੰਦਰ ਵਿਆਖਿਆ ਕਰਦਿਆਂ ਹੋਇਆਂ ਫਰਮਾਇਆ ਹੈ, ਜੀ ਕਾ ਬੰਧਨ ਕਰਮ ਵਿਆਪੈ। ਜਦੋਂ ਅਸੀਂ ਆਪਣੇ ਗਿਆਨ ਇੰਦਰੀਆਂ ਦੇ ਰਾਹੀਂ ਜੋ ਕੁਝ ਗ੍ਰਹਿਣ ਕਰਦੇ ਹਾਂ, ਅੱਖਾਂ ਦੇਖਦੀਆਂ ਹਨ, ਕੰਨ ਸੁਣਦੇ ਹਨ, ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ, ਵੇਖਦੇ, ਹੰਡਾਉਂਦੇ ਹਾਂ, 5 ਗਿਆਨ ਇੰਦਰੇ ਹਨ। 5 ਗਿਆਨ ਇੰਦਰੀਆਂ ਰਾਹੀਂ ਇਹ ਸਾਡੇ ਸਰੋਤ ਨੇ, ਜਿਨ੍ਹਾਂ ਦੁਆਰਾ ਅਸੀਂ ਸੰਸਾਰ ਨਾਲ ਸਾਂਝ ਬਣਾਉਂਦੇ ਹਾਂ। ਇਹ ਜੋ ਕੁਝ ਇਕੱਠਾ ਕਰਦੇ ਨੇ, ਇਸ ਦਾ ਗਹਿਰਾ ਪ੍ਰਭਾਵ ਸਾਡੇ ਮਨ ਦੀ ਅਵਸਥਾ ਉੱਤੇ ਬਣਦਾ ਹੈ। ਮਨ ਉਹੋ ਜਿਹੇ ਖਿਆਲਾਂ ਤੇ ਵਿਚਾਰਾਂ ਨਾਲ ਭਰ ਜਾਂਦਾ ਹੈ ਜੋ ਕੁਝ ਅਸੀਂ ਬਾਹਰੋਂ ਇਕੱਠਾ ਕੀਤਾ ਹੈ। ਜਦੋਂ ਮਨ ਦੇ ਉਸ ਖਿਆਲ ਮੁਤਾਬਕ ਅਸੀਂ ਕੰਮ ਕਰਨਾ ਸ਼ੁਰੂ ਕਰਦੇ ਹਾਂ, ਉਸ ਨੂੰ ਅਸੀਂ ਬਾਰ-ਬਾਰ ਦੁਹਰਾਈ ਜਾਈਏ ਤੇ ਉਹ ਸਾਡਾ ਸੁਭਾਅ ਬਣ ਜਾਂਦਾ ਹੈ। ਤੇ ਸੁਭਾਅ ਨੂੰ ਗਾਂ ਕਿੰਨੀ ਵਾਰ ਹੀ ਜ਼ਿੰਦਗੀ ਦੇ ਅੰਦਰ ਰਿਪੀਟ ਕਰਦਿਆਂ ਉਹ ਸਾਡੇ ਸੰਸਕਾਰ ਬਣਦੇ ਹਨ। ਉਹ ਸੰਸਕਾਰ ਜਿਉਂ-ਜਿਉਂ ਪੱਕੇ ਹੁੰਦੇ ਜਾਂਦੇ ਨੇ, ਤਿਉਂ-ਤਿਉਂ ਸਾਡੀ ਬਣਤਰ, ਸਾਡਾ ਅੰਦਰੂਨੀ ਸਾਰਾ ਢਾਂਚਾ ਹੀ ਉਹੋ ਜਿਹਾ ਹੋ ਜਾਂਦਾ ਹੈ ਜਿਹੋ ਜਿਹੇ ਸਾਡੇ ਸੰਸਕਾਰ ਹੋਣ। ਤੇ ਇਹਨਾਂ ਸੰਸਕਾਰਾਂ ਦਾ ਪ੍ਰਭਾਵ ਇੰਨਾ ਡੂੰਘਾ ਹੁੰਦਾ ਹੈ ਵੀ ਪੀੜ੍ਹੀ ਦਰ ਪੀੜ੍ਹੀ ਉਹ ਆਦਤਾਂ ਪੱਕੀਆਂ ਹੋਈਆਂ ਫਿਰ ਸਾਡੇ ਖੂਨ ਰਾਹੀਂ ਅੱਗੇ ਤੋਂ ਅੱਗੇ ਸਫ਼ਰ ਕਰਦੀਆਂ ਨੇ। ਇਹ ਏਡੀ ਲੰਮੀ ਯਾਤਰਾ ਹੈ ਜਿਹੜੀ ਸਾਡੇ ਸੰਸਕਾਰ ਨਿਰੰਤਰ ਕਰਦੇ ਹਨ। ਅਸੀਂ ਕਈ ਵਾਰ ਇਹ ਸ਼ਬਦ ਸੁਣਿਆ ਹੋਏਗਾ ਕਿ ਇਸ ਨੂੰ, ਇਹ ਸੰਸਕਾਰ, ਇਹਨੂੰ ਮਾਂ-ਬਾਪ ਵੱਲੋਂ, ਪਰਿਵਾਰ ਵੱਲੋਂ ਜਨਮ ਤੋਂ ਹੀ ਮਿਲੇ ਹੋਏ ਨੇ। ਭਾਵ ਉਹ ਕੁਝ ਆਦਤਾਂ ਜਿਹੜੀਆਂ ਕਮਾਈਆਂ ਹੋਈਆਂ ਪੂਰੀ ਤਰ੍ਹਾਂ ਪੀੜ੍ਹੀ ਦਰ ਪੀੜ੍ਹੀ ਸਾਡੇ ਨਾਲ ਚੱਲੀਆਂ ਆਉਂਦੀਆਂ ਨੇ, ਔਰ ਉਹ ਸਾਨੂੰ ਅਗਾਂਹ ਸਾਡੇ ਬੱਚਿਆਂ ਨੂੰ ਮਿਲ ਗਈਆਂ। ਉਹ ਸੰਸਕਾਰ, ਉਹ ਖਿਆਲ, ਉਹ ਵਿਚਾਰ, ਉਹਨਾਂ ਨੇ ਵੀ ਉਸੇ ਨੂੰ ਉਸੇ ਰੂਪ ਵਿੱਚ ਕਮਾਉਣਾ ਸ਼ੁਰੂ ਕੀਤਾ। ਕਈ ਪੀੜ੍ਹੀਆਂ ਤੱਕ ਉਹ ਚੀਜ਼ ਇੰਨੀ ਦੁਆਰਾ, ਇੰਨੀ ਵਾਰ ਉਹਨੂੰ ਕਮਾਇਆ ਗਿਆ ਹੈ ਵੀ ਉਹ ਸਾਡੇ ਜੀਨ ਵਿੱਚ, ਸਾਡੇ ਖੂਨ ਵਿੱਚ ਰਚ ਮਿਚ ਗਈ। ਉਹ ਫਿਰ ਅੱਗੇ ਤੋਂ ਅੱਗੇ ਵਰਕ ਕਰਦੀ ਰਹਿੰਦੀ ਹੈ ਸਦੀਆਂ ਤੱਕ। ਪਰ ਇਹਨੂੰ ਬਦਲਦਿਆਂ ਵੀ ਉਨਾ ਹੀ ਵਕਤ ਲੱਗਦਾ ਹੈ, ਟਾਈਮ ਲੱਗਦਾ ਹੈ ਇਸ ਢਾਂਚੇ ਨੂੰ ਤਬਦੀਲ ਹੁੰਦਿਆਂ ਵੀ, ਕਿਉਂਕਿ ਜਿੰਨੇ ਵਕਤ ਵਿੱਚ ਇਹ ਸਾਰਾ ਢਾਂਚਾ ਖੜਾ ਕੀਤਾ ਗਿਆ ਹੈ, ਉਨੀ ਮਿਹਨਤ ਨਾਲ ਇਹਨੂੰ ਥੱਲੇ ਸੁੱਟਿਆ ਵੀ ਜਾਂਦਾ ਹੈ। ਇਹਨੂੰ ਬਦਲਣ ਉੱਤੇ ਵੀ ਇੰਨਾ ਹੀ ਵਕਤ ਲੱਗਦਾ ਹੈ। ਪਰ ਸਾਰੀ ਦੀ ਸਾਰੀ ਇਹ ਪ੍ਰਕਿਰਿਆ ਜਿਹੜੀ ਹੈ ਮਨੁੱਖ ਦੇ ਮਨ ਉੱਤੇ ਖਲੋਤੀ ਹੈ। ਇਸੇ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚ ਜਿੰਨਾ ਮਨ ਨੂੰ ਸੰਬੋਧਨ ਕੀਤਾ ਗਿਆ, ਹੋਰ ਕਿਸੇ ਚੀਜ਼ ਨੂੰ ਨਹੀਂ, ਸਭ ਤੋਂ ਵਧੇਰੇ ਮਨੁੱਖੀ ਮਨ ਉੱਤੇ ਟਕੋਰ ਕੀਤੀ ਗਈ ਹੈ। ਇਸ ਦਾ ਕਾਰਨ ਹੈ ਕਿ ਮਨ ਤਾਂ ਸਾਡੇ ਸਾਰਿਆਂ ਕੋਲ ਹੀ ਹੈ, ਭਾਵੇਂ ਅਸੀਂ ਵੱਖ-ਵੱਖ ਤਰੀਕਿਆਂ ਨਾਲ ਆਪਣੇ ਆਪ ਨੂੰ ਵੰਡਿਆ ਹੋਇਆ ਸਮਾਜ ਅੰਦਰ, ਪਰ ਅਸੀਂ ਮਨ ਤੋਂ ਬਿਨਾਂ ਨਹੀਂ। ਸਾਡੇ ਸਾਰੇ ਜੀਵਨ ਦਾ ਦਰੋਮਦਾਰ ਢਾਂਚਾ ਮਨ ਉੱਤੇ ਖਲੋਤਾ ਹੈ। ਤੇ ਜੇ ਸਾਡੇ ਜੀਵਨ ਵਿੱਚ ਚੰਗਿਆਈ ਪ੍ਰਫੁੱਲਤ ਹੋਣੀ ਹੈ ਮਨ ਦੀ ਵਜ੍ਹਾ ਕਰਕੇ, ਅਸੀਂ ਬੁਰੇ ਬਣਨਾ ਹੈ ਮਨ ਦੀ ਵਜ੍ਹਾ ਕਰਕੇ, ਸਾਡੀਆਂ ਸਾਰੀਆਂ ਹਾਲਤਾਂ ਸਾਡੇ ਮਨ ਉੱਤੇ ਡਿਪੈਂਡ ਨੇ, ਨਿਰਭਰ ਨੇ। ਇਸ ਵਾਸਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਇਸ ਮਨ ਦੀ ਦਸ਼ਾ ਦਾ ਬਿਆਨ ਕਰਦਿਆਂ ਹੋਇਆਂ ਕਹਿੰਦੀ ਵੀ ਸਾਡੀ ਜੀ ਨੂੰ, ਸਾਡੀ ਆਤਮਾ ਤੇ ਸਾਡੇ ਮਨ ਨੂੰ ਜਿਹੜੇ ਬੰਧਨ ਪੈ ਜਾਂਦੇ ਹਨ, ਅਸੀਂ ਉਹਨਾਂ ਬੰਧਨਾਂ ਵਿੱਚ ਹੀ ਆਪਣਾ ਸਾਰਾ ਜੀਵਨ ਕੱਟਦੇ ਹਾਂ। ਗੁਰੂ ਕੀ ਕਰਦਾ ਹੈ? ਉਹਨਾਂ ਬੰਧਨਾਂ ਨੂੰ ਤੋੜ ਦਿੰਦਾ ਹੈ। ਗੁਰੂ ਆਪਣੀ ਗੁਰਮਤਿ ਰਾਹੀਂ ਸਾਨੂੰ ਉਸ ਹਨੇਰੇ ਖੂਹ ਵਿੱਚੋਂ ਬਾਹਰ ਕੱਢ ਲੈਂਦਾ ਹੈ ਜਿਸ ਵਿੱਚ ਅਸੀਂ ਰਹਿਣਾ ਸਿੱਖ ਗਏ ਹਾਂ। ਭਗਤ ਜੀ ਨੇ ਇੱਕ ਬੜੀ ਪਿਆਰੀ ਉਦਾਹਰਣ ਆਪਣੀ ਬਾਣੀ ਵਿੱਚ ਦਿੱਤੀ ਹੈ
ਕਹਿੰਦੇ ਨੇ ਖੂਹ ਦੇ ਵਿੱਚ ਰਹਿਣ ਵਾਲਾ ਡੱਡੂ ਉਸ ਖੂਹ ਨੂੰ ਹੀ ਸਾਰਾ ਸੰਸਾਰ ਸਮਝਦਾ ਹੈ, ਕਿਉਂਕਿ ਉਹਦੀ ਦ੍ਰਿਸ਼ਟੀ ਉੱਥੋਂ ਤੱਕ ਹੈ, ਉਹਦਾ ਦਾਇਰਾ ਹੀ ਹੋਣਾ ਹੈ। ਪਰ ਵੈਸੇ ਤਾਂ ਉਹ ਖੂਹ ਇੱਕ ਮਾਮੂਲੀ ਜਿਹਾ ਹਿੱਸਾ ਹੈ ਇਸ ਸਾਰੀ ਧਰਤੀ ਦਾ, ਬਹੁਤ ਮਾਮੂਲੀ। ਤੇ ਬ੍ਰਹਿਮੰਡ ਤਾਂ ਉਦੋਂ ਵੀ ਕਿਤੇ ਵੱਡਾ ਹੈ। ਬ੍ਰਹਿਮੰਡ ਵਿੱਚ ਤਾਂ ਐਸੀਆਂ ਪਤਾ ਨਹੀਂ ਕਿੰਨੀਆਂ ਧਰਤੀਆਂ ਹੋਣਗੀਆਂ, ਦਾਵਾ ਵੀ ਕਿਆਸ ਵੀ ਨਹੀਂ ਕੀਤਾ ਜਾ ਸਕਦਾ। ਤੋ ਭਗਤ ਜੀ ਇੱਕ ਜ਼ਿਕਰ ਕਰਦੇ ਨੇ, ਕਹਿੰਦੇ ਕੂਪ ਭਰਿਓ ਜੈਸੇ ਦਾਦਰਾ ਕਸ਼ ਦੇਸ਼ ਵਿਦੇਸ਼ ਨਾ ਬੂਝ, ਐਸੇ ਮੇਰਾ ਮਨ ਵਿਖਿਆ ਵਿਮੋਹਿਆ। ਵਿਖ ਕਹਿੰਦੇ ਹਨ ਜ਼ਹਿਰ। ਇਸੇ ਤਰ੍ਹਾਂ ਜ਼ਹਿਰ ਦੇ ਵਸ, ਵਿਸ਼ੇ ਔਰ ਵਿਕਾਰ ਦੇ ਵਸ, ਕੰਟਰੋਲ ਵਿੱਚ ਮੇਰਾ ਮਨ ਜਿਹੜਾ ਹੈ ਇਹਨਾਂ ਦੀ ਗ੍ਰਿਫਤ ਦੇ ਵਿੱਚ ਆਇਆ ਹੋਇਆ ਹੈ। ਕਾ ਇਸ਼ਾਰਾ ਪਾਰ ਨਾ ਸੂਝ, ਇਹਦੋਂ ਪਾਰ ਜਾ ਕੇ ਮੈਨੂੰ ਕੱਖ ਨਹੀਂ ਸੁਝਦਾ, ਇੱਥੋਂ ਤੱਕ ਹੀ ਸੁਝਦਾ, ਇਹਦੋਂ ਪਾਰ ਨਹੀਂ। ਸਤਿਗੁਰਾਂ ਦੇ ਜੀਵਨ ਦੀ ਇੱਕ ਉਦਾਹਰਨ ਸਾਂਝੀ ਕਰਦਾ ਹਾਂ, ਸੌਖੇ ਢੰਗ ਨਾਲ ਗੱਲ ਸਮਝ ਆ ਜਾਂਦੀ ਹੈ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜਿਸ ਵੇਲੇ ਖਡੂਰ ਦੀ ਧਰਤੀ ਉੱਤੇ ਨਿਵਾਸ ਕਰਦੇ ਸਨ, ਇੱਥੇ ਇੱਕ ਮਲੂਕਾ ਨਾਮ ਦਾ ਇੱਕ ਨਿੱਕਾ ਮੋਟਾ ਚੌਧਰੀ ਸੀ, ਥੋੜਾ ਰਈਸ ਆਦਮੀ ਸੀ। ਇੱਕ ਸਚਾਈ ਹੈ ਵੀ ਜਦੋਂ ਮਨੁੱਖ ਦੇ ਕੋਲ ਸਹੂਲਤਾਂ ਤੇ ਸਾਧਨ ਵੱਧ ਜਾਣ, ਉਸ ਨੂੰ ਆਪਣੀ ਔਕਾਤ, ਆਪਣੀ ਹੱਦਬੰਦੀ ਵਿੱਚ ਰਹਿਣਾ ਆ ਜਾਏ ਤੇ ਸਮਝੋ ਉਹ ਬੰਦਾ ਸਭ ਤੋਂ ਸ਼੍ਰੋਮਣੀ ਤੇ ਸ੍ਰੇਸ਼ਟ ਹੈ। ਨਹੀਂ ਤੇ ਪਦਾਰਥ ਕਿਸੇ ਸਹੂਲਤ ਦੀ ਬਹੁਲਤਾ ਕੋਲ ਹੋਣੀ, ਸਹੂਲਤਾਂ ਵੱਧ ਹੋਣੀਆਂ, ਤੇ ਬੰਦਾ ਆਪਣੇ ਆਪ ਉੱਤੇ ਕੰਟਰੋਲ ਨਾ ਰੱਖੇ, ਸੰਜਮ ਦਾ ਜੀਵਨ ਭੁੱਲ ਜਾਏ, ਬੇਮਰਿਆਦਾ ਹੋ ਕੇ ਵਿਚਰੇ, ਉਹ ਸਾਧਨ ਹੀ ਉਸ ਬੰਦੇ ਦੀ ਜ਼ਿੰਦਗੀ ਦੀ ਤਕਲੀਫ ਬਣ ਜਾਂਦੇ ਨੇ, ਦੁੱਖ ਬਣ ਜਾਂਦੇ ਨੇ। ਐਸੇ ਬਹੁਤ ਸਾਰੇ ਲੋਕ ਵੇਖੇ ਜਾ ਸਕਦੇ ਨੇ। ਔਰ ਮਨੁੱਖ ਦੀ ਇੱਕ ਆਦਤ ਹੈ ਕਿ ਕਿਸੇ ਚੀਜ਼ ਨੂੰ ਵੇਖ ਕੇ ਉਹ ਆਪਣੇ ਜ਼ਬਤ ਨੂੰ, ਆਪਣੇ ਸੰਜਮ ਨੂੰ, ਆਪਣੀ ਮਰਿਆਦਾ ਨੂੰ ਜੇਕਰ ਉਹ ਲੰਘ ਜਾਂਦਾ ਹੈ ਤਾਂ ਉਹ ਚੀਜ਼ਾਂ ਉਹਦੇ ਲਈ ਤਕਲੀਫ ਤੇ ਦੁੱਖ ਦਾ ਕਾਰਨ ਬਣਦੀਆਂ ਨੇ। ਬਾਣੀ ਵਿੱਚ ਲਿਖਿਆ, ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ, ਭਾਈ ਨੀਤ ਸੁਰਿਦ ਕੀਏ ਵਿਖਿਆ ਰਚਿਆ ਬਾਦ। ਮਹਾਰਾਜ ਕਹਿੰਦੇ ਉਸ ਲਈ ਸਾਰਾ ਕੁਝ ਹੀ ਮਿੱਠਾ ਕਰਕੇ ਕੌੜਾ ਖਾਇਆ। ਸਤਿਗੁਰੂ ਕਹਿੰਦੇ ਨੇ ਉਹਨੂੰ ਮਿੱਠਾ ਜਾਣ ਕੇ ਖਾਧਾ, ਪਰ ਉਹਦਾ ਜੋ ਰਿਐਕਸ਼ਨ ਹੈ ਨਾ, ਰਿਐਕਸ਼ਨ ਅਸਰ, ਉਹ ਬੜਾ ਕੌੜਾ ਹੈ। ਉਸਨੇ ਤਕਲੀਫ ਨਾਲ ਜੀਵਨ ਨੂੰ ਭਰ ਦੇਣਾ ਹੈ। ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਸਤਿਗੁਰੂ ਕਹਿੰਦੇ ਨੇ ਇਹਦੇ ਨਾਲ ਜੀਵਨ ਦੇ ਅੰਦਰ ਕੁੜੱਤਣ, ਰੋਗ, ਦੁੱਖ, ਤਕਲੀਫ ਭਰ ਜਾਂਦੀ ਹੈ। ਇੱਕ ਹੋਰ ਪੰਕਤੀ ਤੁਹਾਡੇ ਨਾਲ ਸਾਂਝੀ ਕਰ ਲਵਾਂ। ਸਤਿਗੁਰੂ ਕਹਿੰਦੇ ਦੁੱਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਤਾਮ ਨਾ ਹੋਈ। ਕਿ ਦੁੱਖ ਦਾਰੂ ਹੈ ਤੇ ਸੁਖ ਜਿਹੜਾ ਹੈ ਉਹ ਰੋਗ ਹੈ। ਸੁਖ ਰੋਗ ਕਦੋਂ ਬਣਦਾ ਹੈ? ਜਦੋਂ ਮਨੁੱਖ ਆਪਣੀ ਲੋੜ ਨੂੰ ਐਸ਼ ਵਿੱਚ ਬਦਲ ਲਵੇ, ਜਦੋਂ ਉਸ ਸਾਧਨ ਨੂੰ ਐਸ਼ ਪ੍ਰਸਤੀ ਦੇ ਢੰਗ ਨਾਲ ਵਰਤੇ, ਆਪਣੀ ਲਿਮਟ ਨੂੰ, ਆਪਣੀ ਮਨੁੱਖੀ ਮਰਿਆਦਾ ਨੂੰ ਕ੍ਰੋਸ ਕਰਦਾ ਹੈ, ਜਿਸ ਵੇਲੇ ਉਹੋ ਹੀ ਸੁੱਖ ਜਿਹੜਾ ਉਹਦੇ ਲਈ ਬਿਮਾਰੀ ਤੇ ਰੋਗ ਬਣ ਜਾਂਦਾ ਹੈ, ਤਕਲੀਫ ਦੇਹ ਹੋ ਜਾਂਦਾ ਹੈ। ਤੇ ਉਹੀ ਚੀਜ਼ ਸਾਡੇ ਲਈ ਕੌੜੀ ਬਣ ਜਾਂਦੀ ਹੈ। ਭਾਵੇਂ ਉਹਦਾ ਬਾਹਰੋਂ ਸਵਾਦ ਚੰਗਾ ਲੱਗਦਾ ਹੈ ਵੇਖਣ ਲਈ, ਪਰ ਉਹਦਾ ਜਿਹੜਾ ਰਿਜ਼ਲਟ ਨਿਕਲਦਾ ਹੈ ਨਾ, ਉਹ ਕਦੇ ਮਿੱਠਾ ਨਹੀਂ ਨਿਕਲਦਾ, ਕੌੜਾ ਹੀ ਨਿਕਲਦਾ ਹੈ ਹਮੇਸ਼ਾ ਹੀ। ਇਸ ਵਾਸਤੇ ਪਾਤਸ਼ਾਹ ਨੇ ਸਾਨੂੰ ਇਹਨਾਂ ਗੱਲਾਂ ਤੋਂ ਵੀ ਬਾਣੀ ਵਿੱਚ ਸੁਚੇਤ ਕੀਤਾ ਕਿ ਜਿਹੜੇ ਵਿਸ਼ੇ ਹਨ, ਵਿਕਾਰ ਹਨ, ਮੰਦੇ ਕਰਮ ਹਨ, ਮੰਦੇ ਖਿਆਲ ਨੇ, ਘੰਟਿਆਂ ਬੱਧੀ ਅਸੀਂ ਆਪਣੇ ਮਨ ਅੰਦਰ ਉਹਨਾਂ ਬੁਰੇ ਖਿਆਲਾਂ ਨੂੰ ਬਾਰ-ਬਾਰ ਰਿਪੀਟ ਕਰਦੇ ਰਹਿੰਦੇ ਹਾਂ। ਸਾਨੂੰ ਇੱਕ ਚਸਕਾ, ਇੱਕ ਨਸ਼ਾ ਲੱਗ ਜਾਂਦਾ ਹੈ। ਪਰ ਬੰਦਾ ਸੋਚਦਾ ਮੇਰੇ ਸੋਚਣ ਨਾਲ ਕੀ ਹੋਏਗਾ, ਮੈਂ ਜੇ ਗਲਤ ਵੀ ਸੋਚਦਾ ਤੇ ਕਿਹੜਾ ਕਿਸੇ ਨੂੰ ਪਤਾ ਲੱਗਦਾ। ਪਰ ਹਜ਼ੂਰ ਕਹਿੰਦੇ ਤੂੰ ਆਪਣੇ ਅੰਦਰ ਦਾ ਤੇ ਸਤਿਆਨਾਸ਼ ਕਰੀ ਜਾ ਰਿਹਾ ਨਾ, ਆਪਣੇ ਅੰਦਰੋਂ ਤੇ ਖੋਰਾ ਤੂੰ ਲਾ ਹੀ ਲਿਆ ਹੋਇਆ, ਅੰਦਰੋਂ ਤਾਂ ਤੂੰ ਖੋਖਲਾ ਹੋ ਹੀ ਰਿਹਾ ਇਹਨਾਂ ਸਾਰੇ ਖਿਆਲਾਂ ਦੇ ਨਾਲ। ਤੂੰ ਕੀ ਸੋਚਦਾ ਵੀ ਬੁਰਾ ਚਿਤ ਵਧਿਆ ਹੋਇਆ, ਮਨ ਵਿੱਚ ਵੀ ਮੈਂ ਜੇ ਬੁਰੇ ਖਿਆਲ ਬਾਰ-ਬਾਰ ਰਿਪੀਟ ਕਰ ਰਿਹਾ, ਇਹ ਕਿਸੇ ਨੂੰ ਜ਼ਾਹਰਾ ਰੂਪ ਵਿੱਚ ਵਿਖਾਈ ਨਹੀਂ ਦਿੰਦੇ, ਤੇ ਮੇਰੇ ਮਨ ਦੇ ਬੁਰੇ ਖਿਆਲ ਜਿਹੜੇ ਨੇ ਉਹ ਮੇਰਾ ਨੁਕਸਾਨ ਨਹੀਂ ਕਰਨਗੇ? ਬਿਲਕੁਲ ਕਰਨਗੇ। ਅੰਦਰੋਂ ਸਾਨੂੰ ਘੁਣ ਵਾਂਗ ਖਾਂਦੇ ਰਹਿਣਗੇ, ਖੋਰਾ ਲਾਉਂਦੇ ਰਹਿਣਗੇ, ਖੋਖਲਾ ਜੀਵਨ ਬਣਾ ਦੇਣਗੇ ਅੰਦਰੋਂ ਪੂਰੀ ਤਰ੍ਹਾਂ ਨਾਲ। ਔਰ ਜਦੋਂ ਬਾਹਰੋਂ ਮਾਹੌਲ ਬਣ ਗਿਆ ਨਾ, ਇਸ ਖੋਖਲੇ ਜੀਵਨ ਨੇ ਢਹਿ ਢੇਰੀ ਹੁੰਦਿਆਂ ਸਮਾਂ ਨਹੀਂ ਲਾਉਣਾ। ਲੋਕ ਹੈਰਾਨ ਹੋ ਜਾਣਗੇ ਵੀ ਅੱਜ ਤੱਕ ਦਾ ਇਹ ਬੰਦਾ, ਇਹ ਮਨੁੱਖ ਇੰਨਾ ਸਿਆਣਾ ਮੰਨਿਆ ਸੀ, ਅਸੀਂ ਇੰਨਾ ਦਾਨਾ ਸਮਝਦੇ ਸਾਂ, ਇਸ ਨੂੰ ਇੰਨਾ ਚੰਗਾ ਸਮਝਦੇ ਸਾਂ, ਪਰ ਇਹਦੇ ਨਾਲ ਇਹ ਕੀ ਹੋਇਆ?
दरअसल अंदरों इन्ना खोखला होंदा गया। ਇਹਦੀ उदाहरण गुरु नानक महाराज ने एक पंक्ति विच दिती है। वो शब्द जिस नूं सज्जण दे नाल उपदेश दिंदियां गुरु पातशाह दे प्रति उथान का रूप विच गुरु नानक महाराज उत्थे एक उदाहरण दिंदे हैं। सतगुरु कहंदे ने कोठे मंडप माड़ियां पासों चितवियां, बड़े सोहणे महल ने, बड़ा सोहना घर है, बड़ा पक्का घर है, मकान है, वो बाहरों चितरिया कली कीता सवारिया बड़ा सोहना लगता है, पर हजूर कहंदे विचों सखना है, विच रहिंदा कोई नहीं। तो हुण जिस घर नूं बाहरों तो बहुत सवारिया गया, वेखण वाले खलो के लंघदे ने भी किड्डा सोहना घर है, पर उहदे विच वसदा कोई नहीं सी, रहिंदा कोई नहीं सी। ते जिस घर विच वसेबा ना होवे वो संभाल तो बिना अंदरे अंदर खोखला हो जाता है। चूहे उस विच खुड्डां कढ देणगे, नीहां च पानी पैंदा रहेगा, कोई उहदी संभाल केयर नहीं करेगा, और की हुंदा एक दिन वो सारा मकान डिग पैंदा है, मलबे दा ढेर। लोग कहिंदे हन इह तां चंगा भला सी, इह तां बड़ा वधिया सी, मजबूत दिसदा सी, इहनूं की होया? गुरु नानक महाराज कहते ने दरअसल उहदे च वसदा कोई नहीं सी, अंदरों केयर किसी ने की, संभाल किसी ने की, अंदर दियां कमजोरियां ने उहनूं खंडर बना धरिया। अंदर दी मरदा ही बंदा अंदर दी कमजोरी नाल। असीं जिन्हां महान पुरखां नूं बाणी राहीं याद करदे हां, वो वेखो ऐसी भैड़ियां सिचुएशनां विच भी वो दृढ़ रहे, कायम रहे, क्योंकि अंदर समर्था है, ताकत है जूझ लैण दी, खड़े रहण दी, सिदक विच निपुण रहण दी। पर साडे वर्गे मनुखां नूं माड़ी ऐसी सिचुएशन की जरूरत नहीं, वो पहले ही डिगे हुंदे ने। क्यों डिगे हुंदे ने? क्योंकि अंदर कख ने, अंदर दी कमजोरी ने उन्हां नूं पहलां ही सुट दित्ता। जिस दुश्मन नूं असीं बाहरों हमेशा तकण की कोशिश करते हैं कि बाहरों कोई आएगा शायद सानूं खतरा पै जाए, वो खतरे ते असीं आप अपने अंदर पालदे रहिंदे हैं, वो पलदे ने साडे अंदर। एवें गुरु पातशाह ने बाणी विच अरदास थोड़ी ना कीती है, हाँ हाँ प्रभ राख लियो, हम ते कशू ना होए मेरे स्वामी, कर कृपा अपना नाम दियो। क्यों क्या है महाराज ने बेनती रूप विच, ताती वाओ ना लगई पार ब्रह्म शरणाई। ये सारे अरदास रूप विच शब्द हैं जिन्हां विच सतगुरु आखदे ने अपने बालक आप रखियो, हे सतगुरु मैनू बचा लो, मेरे ते कृपा करो, मेरी रखिया करो। सिर मस्तक रखिया पार ब्रह्मं, हस्त काया रखिया परमेश्वरा, आत्म रखिया गोपाल स्वामी, धन चरण रखिया जगदीश्वरा, सर्ब रखिया गुर दयाल, भै दुख विनाशन। क्यों दी शरण मंगी, क्यों बेनती की, क्यों अरदास की? और अरदास करन वाले जिन्हां दी बाणी असीं पढ़दे आ ना, वो कोई साडे वर्गे मामूली लोग नहीं, वो तो उस जीवन के पद्धर उत्ते खलोते हुए ने जिन्हां नूं असीं नाम भी जिन्हां दा असीं बहुत अदब ते सत्कार नाल जपदे और लैंदे हां, जिन्हां दा एक एक बोल साडे वास्ते बड़ी महान दात है। जदों वही गल कहण भी असीं खतरे च हां, सानूं बचाओ, हे अकाल पुरख जी तेरे तो बिना साडी कोई रखिया नहीं कर सकदा, सानूं कोई बचा नहीं सकदा। तो जानना चाहिए भी ऐसा किहड़ा वड्डा खतरा जिहड़ा सामने आ गया, जिस तों अकाल पुरख दे सामने इन्नी बेनती करनी पई, इन्नी अरदास करनी पई, क्योंकि वो जानते हैं ये ऐसे दुश्मन हैं, ये कुछ ऐसियां कमजोरियां हैं, ये कुछ ऐसियां ऊणताइयां हैं जिहड़ियां बाहर घट विखाई देणगियां, अंदर ज्यादा पड़नगियां। तो अरदास भी अंदरों ही निकले तो स्वाद आउंदा है। जिथे कमजोरी ने पढ़ना है ना, जिथे इस दुश्मन ने वार करना है, अरदास भी उस अंदरों ही हूक बन के निकले तो गल बनती है। जिवें मेरे बारे कोई दूजा आखे भी इनू खतरा है, इनू बचाओ, तो अगला आखेगा ये चेहरे तो लगता नहीं इनू खतरा, ये तो एक बार भी नहीं कहता भी इनू कोई प्रॉब्लम है, ये भी तो दसे ना माड़ा मोटा। इसे तरह मुआफ करना, मैं लख दूसरे नू आखा भी मेरे बारे तू रब दे अगे सिफारिश कर, बेनती कर, जिन्ना चिर मेरा अंदर मेरी आत्मा मेरे मन ने हूक आवाज ना मारी रखिया वास्ते, उन्ना चिर इहदा मतलब मैनू लोड़ नहीं है, मैं मनदा ही नहीं कि मैनू कोई प्रॉब्लम है, कोई खतरा है। तो तुहाडी आवाज़ मेरी वेदना नहीं बन सकती, मेरी वेदना ही मेरी आवाज़ है। मेरे अंदर दी तकलीफ विच दिती हुई आवाज़ ही ऊपर पुजा कर, हों गुर पै पुकारिया तिन हों लिया उबारी। महाराज कहते मैं तो उच्ची बांह करके गुरु नूं आवाज़ दी, सतगुरु तेरे बिना मेरा कोई रखण हार नहीं, तो गुरु ने मैनू आके बचा लिया।
ਉੱਚੀ ਬਾਂਹ ਕਰਕੇ ਉੱਪਰ ਭੁਜਾ ਕਰ ਹਾਂ ਗੁਰ ਪੈ ਪੁਕਾਰਿਆ ਤਿਨ ਹੋਂ ਲਿਆ ਉਬਾਰੀ। ਮੈਂ ਤਾਂ ਉੱਚੀ ਬਾਂਹ ਕਰਕੇ ਆਵਾਜ਼ ਦਿੱਤੀ ਵੀ ਮੈਂ ਡੁੱਬ ਰਿਹਾ ਹਾਂ, ਮਰ ਰਿਹਾ ਹਾਂ, ਖਤਮ ਹੋ ਰਿਹਾ ਹਾਂ, ਰਹਿਮਤ ਕਰ, ਮੈਨੂੰ ਆ ਕੇ ਬਚਾ ਲੈ। ਪਰ ਉਹਨੇ ਬਚਾਇਆ। ਇਸ ਵਾਸਤੇ ਗਰੀਬ ਨਵਾਜ਼ ਪਾਤਸ਼ਾਹ ਬਾਣੀ ਵਿੱਚ ਜਿਸ ਗੱਲ ਦਾ ਜ਼ਿਕਰ ਕਰਦੇ, ਇਹ ਅਰਦਾਸ, ਇਹ ਬੇਨਤੀ, ਇਹਦਾ ਭਾਵ ਉਹ ਖਤਰੇ ਅੰਦਰ ਸਾਡੇ ਪਲ ਰਹੇ ਸਨ, ਪਰ ਉਹਨੂੰ ਮਨ ਪਾਲ ਰਿਹਾ ਹੈ, ਮਨ ਨਾਲ ਪਲ ਰਹੇ ਹਨ, ਸੁਰਤ ਵਿੱਚ ਪਲ ਰਹੇ ਹਨ, ਹਿਰਦੇ ਵਿੱਚ ਉਹ ਖਤਰੇ ਮੌਜੂਦ ਹਨ ਜਿਨ੍ਹਾਂ ਨੇ ਸਾਨੂੰ ਸੁੱਟ ਲੈਣਾ, ਜਿਨ੍ਹਾਂ ਦੀ ਬਦੌਲਤ ਅਸੀਂ ਗਿਰ ਜਾਣਾ, ਜਿਹਨੂੰ ਗੁਰੂ ਪਾਤਸ਼ਾਹ ਬਾਣੀ ਵਿੱਚ ਆਤਮਕ ਮੌਤ ਕਹਿੰਦੇ ਹਨ, ਜਿਸ ਨੂੰ ਗੁਰੂ ਮਹਾਰਾਜ ਅੰਦਰੋਂ ਨਿਕਲ ਜਾਣਾ ਕਹਿੰਦੇ ਹਨ, ਜਿਸ ਨੂੰ ਇੱਥੋਂ ਤੱਕ ਵੀ ਕਹੇ ਜਿਤਨੇ ਨਰਕ ਸੇ ਮਨਮੁਖ ਭੋਗੇ ਗੁਰਮੁਖ ਲੇਪ ਨਾ ਮਾਸਾ ਹੈ। ਜਿਹੜੇ ਨਰਕ ਅਸੀਂ ਹਰ ਪਲ ਤੇ ਹਰ ਘੜੀ ਭੋਗ ਰਹੇ ਹਾਂ, ਕਿਸੇ ਨਾ ਕਿਸੇ ਬਿਰਤੀਆਂ ਤੇ ਸੁਰਤੀਆਂ ਦੇ ਵਿੱਚ ਪੈ ਕੇ, ਗਰੀਬ ਨਵਾਜ਼ ਕਹਿੰਦੇ ਨੇ ਇਸ ਖਤਰੇ ਤੇ ਨਰਕ ਤੋਂ ਤੁਹਾਨੂੰ ਕੌਣ ਕੱਢੇਗਾ? ਸਵਾਏ ਗੁਰੂ ਦੇ ਉਪਦੇਸ਼ ਤੋਂ, ਸਵਾਏ ਰੱਬੀ ਗੁਣ ਤੋਂ, ਸਵਾਏ ਰੱਬੀ ਇਬਾਦਤ ਤੋਂ। ਇਸ ਵਾਸਤੇ ਸਤਿਗੁਰੂ ਜਿਸ ਵੇਲੇ ਇਹਨਾਂ ਬੰਧਨਾਂ ਦਾ, ਮਨ ਦੀਆਂ ਇਹਨਾਂ ਕਮੀਆਂ ਤੇ ਕਮਜ਼ੋਰੀਆਂ ਦਾ ਜ਼ਿਕਰ ਕਰਦੇ ਹਨ ਤਾਂ ਬਹੁਤ ਡੂੰਘੀ ਗੱਲ ਬਾਣੀ ਦੇ ਵਿੱਚ ਮਨ ਦੇ ਪਰਥਾਏ ਕਹਿ ਜਾਂਦੇ ਨੇ। ਮਨ ਨੂੰ ਸੰਬੋਧਨ ਕਰਨ ਦੇ ਪਿੱਛੇ ਰਾਜ਼ ਹੀ ਗੁਰੂ ਪਾਤਸ਼ਾਹ ਦਾ ਇਹ ਹੈ। ਔਰ ਸਤਿਗੁਰੂ ਪਾਤਸ਼ਾਹ ਨੇ ਬਾਰ-ਬਾਰ ਇਸ ਗੱਲ ਦਾ ਬਾਣੀ ਵਿੱਚ ਜ਼ਿਕਰ ਕੀਤਾ, ਏਕਸ ਬਿਨ ਸਭ ਧੰਦ ਹੈ, ਸਭ ਮਿਥਿਆ ਮੋਹ ਮਾਇਆ। ਮਨ ਨੂੰ ਸਮਝਾਉਂਦਿਆਂ ਗੁਰੂ ਪਾਤਸ਼ਾਹ ਨੇ ਕਿਹਾ ਤਿਆਗ ਅਵਰ ਜੰਜਾਲ। ਬਾਕੀ ਜਿਹੜੇ ਜੰਜਾਲ ਨੇ, ਜਿਹੜੀ ਕੈਦ ਵਿੱਚ ਤੂੰ ਭਟਕ ਰਿਹਾ, ਇਹਦੇ ਚੋਂ ਬਾਹਰ ਨਿਕਲ। ਬਾਣੀ ਦਾ ਇੱਕ ਵਚਨ ਆਉਂਦਾ ਹੈ, ਫੂਟੋ ਆਂਡਾ ਭਰਮ ਕਾ ਮਨੈ ਭਇਓ ਪ੍ਰਗਾਸ। ਕਾਟੀ ਬੇਰੀ ਪੱਗਾਂ ਤੇ ਪੈਰਾਂ ਤੋਂ ਗੁਰੂ ਨੇ ਬੇੜੀ ਕੱਟ ਦਿੱਤੀ। ਗੁਰ ਕੀਨੀ ਬੰਦ ਖਲਾਸ, ਆਵਣ ਜਾਣ ਰਹਿਓ ਤਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦਿਓ। ਸਾਡੇ ਪੈਰਾਂ ਨੂੰ ਜ਼ਾਹਰਾ ਰੂਪ ਚ ਤਾਂ ਕੋਈ ਬੇੜੀ ਨਹੀਂ ਨਾ ਪਈ ਹੋਈ, ਪਰ ਗੁਰੂ ਕਹਿੰਦਾ ਨਹੀਂ, ਤੂੰ ਆਪਣੇ ਅੰਦਰ ਝਾਤ ਮਾਰ ਕੇ ਵੇਖ, ਜਿਨ੍ਹਾਂ ਨੂੰ ਬੇੜੀਆਂ ਪੈ ਜਾਣ ਉਹ ਵੱਡੇ ਕਦਮ ਨਹੀਂ ਪੁੱਟ ਸਕਦੇ। ਤੈਨੂੰ ਪਈਆਂ ਹੋਈਆਂ ਨੇ, ਕਿਤੇ ਪਈਆਂ ਹੋਈਆਂ ਨੇ। ਉਦਾਹਰਣ ਦਿੰਦਾ, ਜਦੋਂ ਮੈਨੂੰ ਬਾਣੀ ਪੜ੍ਹਦਿਆਂ ਸੰਗ ਆਉਣ ਲੱਗ ਪਵੇ ਤਾਂ ਸਮਝੋ ਬੇੜੀ ਪਈ ਆ, ਤੁਰਨ ਨੂੰ ਜੀ ਨਹੀਂ ਕਰਦਾ, ਤੁਰਨਾ ਨਹੀਂ ਚਾਹੁੰਦਾ ਮੈਂ, ਇੱਕ ਪੈਰ ਨਹੀਂ ਨਾ ਪੁੱਟਿਆ ਜਾਂਦਾ। ਗੁਰੂ ਦੀ ਗੱਲ ਕਰਨੀ, ਗੁਰੂ ਦੀ ਗੱਲ ਸੁਣਨੀ, ਗੁਰੂ ਦੀ ਗੱਲ ਸਮਝਣੀ, ਗੁਰਮਤਿ ਵਾਲੇ ਪਾਸੇ ਤੁਰਨਾ, ਗੁਰੂ ਦੇ ਦੱਸੇ ਹੋਏ ਮਾਰਗ ਉੱਤੇ ਤੁਰਨ ਤੋਂ ਕਿਸੇ ਨਾ ਕਿਸੇ ਰੂਪ ਵਿੱਚ ਪਿਛਾਂਹ ਖਲੋਤੇ ਰਹਿਣਾ, ਝਿਜਕਦੇ ਰਹਿਣਾ, ਜਾਂ ਆਪਣੇ ਆਪ ਨੂੰ ਯੋਗ ਨਾਲ ਬੰਦਾ ਦਲੀਲ ਆਰਗੂਮੈਂਟ ਤਾਂ ਬਥੇਰੇ ਕਰ ਲੈਂਦਾ, ਮੈਂ ਕਿਉਂ ਨਹੀਂ ਤੁਰ ਰਿਹਾ। ਕਿਸੇ ਨੂੰ ਪੁੱਛੋ, ਤੁਸੀਂ ਮੈਨੂੰ ਵੀ ਪੁੱਛੋਗੇ ਨਾ ਵੀ ਕਿਉਂ ਭਾਈ ਤੂੰ ਮੰਨਦਾ ਕਿਉਂ ਨਹੀਂ ਇਹ ਗੱਲ, ਮੇਰੇ ਕੋਲ ਸੈਂਕੜੇ ਦਲੀਲਾਂ ਹੋਣਗੀਆਂ ਆਪਣੇ ਆਪ ਨੂੰ ਬਰੀ ਕਰਨ ਲਈ। ਇਹ ਬੇੜੀਆਂ ਹੀ ਤੇ ਨੇ, ਦਲੀਲਾਂ ਥੋੜੀ ਨੇ। ਇਹ ਸਾਰੀਆਂ ਬੇੜੀਆਂ ਹੀ ਨੇ ਜਿਹੜੀਆਂ ਪਈਆਂ ਹੋਈਆਂ ਨੇ। ਔਰ ਮੈਂ ਕਹਿ ਰਿਹਾ ਵੇਖੋ ਮੈਨੂੰ ਤਾਂ ਬੇੜੀਆਂ ਪਈਆਂ ਨੇ, ਮੈਂ ਪੈਰ ਕਿਵੇਂ ਪੁੱਟਾਂ। ਇਹ ਜਿੰਨਾ ਆਰਗੂਮੈਂਟ ਅਸੀਂ ਕਰਦੇ ਹਾਂ ਆਪਣੀ ਹਉਮੈ ਦੇ ਵਕੀਲ ਬਣ ਕੇ, ਜਿੰਨੀਆਂ ਦਲੀਲਾਂ ਅਸੀਂ ਦਿੰਦੇ ਹਾਂ ਆਪਣੇ ਨਿਕੰਮੇਪਨ ਦੇ ਹੱਕ ਵਿੱਚ ਖਲੋ ਕੇ, ਆਪਣੇ ਆਲਸ ਦੇ ਹੱਕ ਵਿੱਚ ਖਲੋ ਕੇ, ਗੁਰੂ ਕਹਿੰਦਾ ਇਹ ਬੇੜੀਆਂ ਹੀ ਨੇ, ਇਹ ਬੰਧਨ ਹੀ ਹੈ ਜਿਹੜਾ ਤੈਨੂੰ ਤੁਰ ਨਹੀਂ ਦਿੰਦਾ। ਪਹਿਲੋਂ ਤਾਂ ਇਸ ਨੂੰ ਛੱਡ। ਆਪਣੇ ਝੂਠੇ ਤੇ ਨਿਕੰਮੇ ਜੀਵਨ ਦੇ ਹੱਕ ਵਿੱਚ ਦਲੀਲਾਂ ਨਾ ਦੇ, ਗੁਰੂ ਅੱਗੇ ਐਕਸੈਪਟ ਕਰ, ਕਬੂਲ ਕਰ ਵੀ ਸਤਿਗੁਰੂ ਮੇਰੇ ਜੀਵਨ 'ਚ ਕੋਈ ਗੁਣ ਨਹੀਂ। ਪਹਿਲਾਂ ਤਾਂ ਕਬੂਲ ਤੇ ਕਰਨਾ। ਤੂੰ ਉਲਟਾ ਆਪਣੇ ਹੱਕ ਵਿੱਚ ਦਲੀਲ ਦੇਣ ਲੱਗ ਪਿਆ ਵੀ ਸੱਚੇ ਪਾਤਸ਼ਾਹ ਮੈਂ ਤਾਂ ਨਹੀਂ ਮੰਨਦਾ, ਵੇਖੋ ਇਸ ਤਰ੍ਹਾਂ ਹੈ, ਉਸ ਤਰ੍ਹਾਂ ਹੈ। ਇਹਦਾ ਮਤਲਬ ਤੂੰ ਆਪਣੇ ਹੱਕ 'ਚ ਸਫਾਈ ਦੇ ਰਿਹਾ ਵੀ ਤੂੰ ਜੋ ਹੈ ਸੋ ਠੀਕ ਹੈ, ਤੂੰ ਜਿਹੋ ਜਿਹਾ ਹੈ ਵਧੀਆ ਹੈ, ਤੂੰ ਕਿਵੇਂ ਬਦਲਿਆ ਜਾਏਗਾ। ਜ਼ਿਕਰ ਕਰ ਰਿਹਾ ਸੰਭਾਈ ਮਲੂਕੇ ਨੇ ਗੁਰੂ ਪਾਤਸ਼ਾਹ ਜੀ ਦੇ ਕੋਲ ਆਇਆ। ਉਸ ਨੂੰ ਕੁਝ ਬਿਮਾਰੀਆਂ ਵੀ ਸਨ, ਰੋਗ ਵੀ ਸਨ, ਕੁਝ ਦੌਰੇ ਪੈਂਦੇ ਸਨ, ਨਸ਼ਾ ਕਰਦਾ ਸੀ, ਜੀਵਨ ਵਿਹਾਰ ਕੋਈ ਬਹੁਤਾ ਕਿਰਦਾਰ ਚੰਗਾ ਨਹੀਂ ਸੀ। ਗੁਰੂ ਪਾਤਸ਼ਾਹ ਨੇ ਆਖਿਆ ਵੀ ਸੰਗਤ ਵਿੱਚ ਆਇਆ ਕਰੋ, ਸੰਗਤ ਵਿੱਚ ਬੈਠੋ। ਰੋਜ਼ ਗੁਰੂ ਦਰਬਾਰ ਵਿੱਚ ਆਉਣਾ। ਇਹ ਵੀ ਇੱਕ ਮਨੁੱਖੀ ਮਨ ਦਾ ਸੁਭਾਅ ਹੈ ਵੀ ਜਦੋਂ ਡਾਢੀ ਤਕਲੀਫ ਵਿੱਚ ਹੋਵੇ, ਬਹੁਤ ਜ਼ਿਆਦਾ ਮੁਸ਼ਕਲ 'ਚ ਘਿਰਿਆ ਹੋਵੇ, ਉਦੋਂ ਇੱਕ ਤਿਣਕੇ ਦਾ ਸਹਾਰਾ ਵੀ ਉਹ ਲੱਭ ਰਿਹਾ ਹੋਵੇ, ਉਸ ਵੇਲੇ ਉਹ ਹਰ ਗੱਲ ਨੂੰ ਥੋੜੇ ਗੌਰ ਨਾਲ, ਧਿਆਨ ਨਾਲ ਸੁਣਦਾ ਹੈ ਤੇ ਕਈ ਵਾਰ ਉਹਨੂੰ ਮੰਨਦਾ ਵੀ ਹੈ, ਪੂਰਾ ਅਪਲਾਈ ਵੀ ਕਰਦਾ ਹੈ। ਪਰ ਜਦੋਂ ਉਹੀ ਦੁੱਖ ਥੋੜਾ ਜਿਹਾ ਸਮਾਂ ਟਲ ਜਾਏ ਨਾ, ਫਿਰ ਉਹਨੂੰ ਲੱਗਦਾ ਲੈ ਇਹ ਤਾਂ ਮੈਂ ਆਪਣੀ ਚਤੁਰਾਈ ਤੇ ਸਿਆਣਪ ਨਾਲ ਚੰਗਾ ਬਣਿਆ, ਇਹ ਤਾਂ ਐਵੇਂ ਗੱਲ ਹੀ ਸੀ। ਉਹਨੂੰ ਉਹ ਫਿਰ ਹੋਈ ਬੀਤੀ ਸਾਰੀ ਹੈ ਨਾ ਉਹਨੂੰ ਮਾਮੂਲੀ ਲੱਗਣ ਲੱਗ ਜਾਂਦੀ। ਇਸ ਤਰ੍ਹਾਂ ਵੀ ਵਾਪਰਦਾ ਹੈ।
मन की अवस्था है, मन कई पड़ाव तय करता है। सतगुਰਾਂ ने आख्या संगत विच बैठिया करो, रोज़ आया करो, इत्थे सेवा करिया करो, क्योंकि महाराज जानते सन संगत चंगी नहीं, भैड़े मन करके ही तो भैड़ियां आदतां लाइयां ने, उन्हां छुट्टियां ते इलाज नहीं होना, अंदर दा रोग बाहर प्रगट हो रहा। संगत विच आउण लग पिया, दारू दरमल लैण लग पिया। एक पासे संगत राही मन की अवस्था बदले, दूजे पासे सरीरक रूप विच रोग दूर होवे। दोवें यतन अपने अपने तौर उत्ते हुंदे ने। सतगुरु सच्चे पातशाह जी की संगत विच आउण नाल बुरी संगत तो खैड़ा छुट्टा, नशे की लत घटी, कुछ समय लई नशा बंद होया, हौली हौली रोग का भी मोड़ा पैना शुरू हो गया, सरीरक रूप विच उहनूं चंगा लगन लग पिया। उन्हां समयां दे विच पंजाब दे कई इलाकिਆਂ 'ਚ तपियां ਦਾ बहुत जोर ਹੁੰਦਾ ਸੀ। तपे ਉਹ ਹੁੰਦੇ ਸਨ ਜਿਹੜੇ ਤਿਆਗੀ ਅਖਵਾਉਂਦੇ ਸਨ ਔਰ ਆਪਣੇ ਵੱਖਰੇ ਉਹਨਾਂ ਨੇ ਆਸ਼ਰਮ ਡੇਰੇ ਬਣਾਏ ਹੋਏ ਸਨ। ਉੱਥੇ ਬੈਠ ਕੇ ਉਹ ਗ੍ਰਸਤੀ ਲੋਕਾਂ ਨੂੰ ਭੰਡਿਆ ਵੀ ਕਰਦੇ ਸਨ ਔਰ ਉਹਨਾਂ ਤੋਂ ਪੂਜਾ ਵੀ ਬੜੇ ਜ਼ੋਰ ਸ਼ੋਰ ਨਾਲ ਕਰਵਾਇਆ ਕਰਦੇ ਸਨ। ਗਰੀਬ ਨਵਾਜ਼ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਖਿਲਾਫ ਉਹ ਤਪਾ ਰੋਜ਼ ਬੜੀ ਪੜਾਸ ਕੱਢਿਆ ਕਰਦਾ। ਵੇਖੋ ਇੱਕ ਗ੍ਰਸਤੀ ਗੁਰੂ ਕਿਵੇਂ ਹੋ ਸਕਦਾ ਹੈ। ਅਸੀਂ ਠਹਿਰੇ ਤਿਆਗੀ, ਸਭ ਕੁਝ ਛੱਡਣ ਵਾਲੇ। ਗਰੀਬ ਨਵਾਜ਼ ਸਤਿਗੁਰੂ ਸੱਚੇ ਪਾਤਸ਼ਾਹ ਉਸ ਦੀ ਕਿਸੇ ਗੱਲ ਵੱਲ ਕੋਈ ਬਹੁਤਾ ਧਿਆਨ ਨਾ ਉਹ ਆਪ ਦਿੰਦੇ, ਨਾ ਉਹਨਾਂ ਦੇ ਸਤ ਸੰਗੀ ਦਿੰਦੇ, ਕਿਉਂਕਿ ਉਸ ਦਾ ਸੁਭਾਅ ਹੈ ਉਹ ਬੋਲੇਗਾ, ਪਰ ਜਿਨ੍ਹਾਂ ਨੂੰ ਸੱਚ ਦੀ ਸੋਝੀ ਉਹ ਕਿਉਂ ਭਟਕਣਗੇ। ਕਿਸੇ ਮਨੁੱਖ ਨੂੰ ਇਹ ਬੜੀ ਵੱਡੀ ਜੁਗਤ ਹੈ ਜੀਵਨ ਦੀ ਵੀ ਮਾਦਾ ਇੰਨਾ ਪੈਦਾ ਹੋ ਜਾਏ ਵੀ ਤੁਸੀਂ ਕਿਸੇ ਦੀ ਗੱਲ ਨੂੰ ਬਹੁਤ ਹੱਦ ਤੱਕ ਬਰਦਾਸ਼ਤ ਕਰੋ। ਬਹੁਤੇ ਮਸਲੇ ਤੁਹਾਡੇ ਬਰਦਾਸ਼ਤ ਕਰਨ ਨਾਲ ਖਤਮ ਹੋ ਜਾਂਦੇ ਹਨ। ਹੋ ਸਕਦਾ ਤੁਹਾਨੂੰ ਕੁਝ ਕਹਿਣ ਦੀ ਲੋੜ ਹੀ ਨਾ ਪਵੇ, ਕਿਉਂਕਿ ਬਾਣੀ ਦਾ ਇੱਕ ਬਚਨ ਹੈ, ਮਨ ਕਾ ਝੂਠਾ ਝੂਠ ਕਮਾਵੇ, ਮਾਇਆ ਨੂੰ ਫਿਰੈ ਤਪਾ ਸਦਾਵੇ, ਭਰਮੇ ਭੂਲਾ ਸਭ ਤੀਰਥ ਗਹਿ, ਉਹ ਤਪਾ ਕੈਸੇ ਪਰਮਗਤ ਲਹੈ। महाराज इस विच कहते ने जिहड़ा मन का झूठा है ना, उन्हें कमाउणा भी झूठ ही है, क्योंकि जो उहदे कोल उन्हें खर्च तो वही करना है ना, जो उहदे कोल है खर्च तो वही होना है। ਜਿਹੜੀ चीज़ उहदे कोल नहीं, खर्च कित्थों करे, वरतेगा कित्थों। जो है उहदे कोल उन्हें खर्च नहीं वरतनी, वो ही है। तो मन अंदर जे झूठ है, कपट है, तो झूठ ते कपट की ही कमाई होएगी। पातशाह कहते ने अंदर जे माया की खिच है, बाहरों तपा खवाउण दा प्यारिया की फायदा। कि दुनिया को तो धोखा दे सकता, पर अपने जीवन वाल भी तो झात मार भी वाकई तू तपा है कि नहीं है, भगती भाव वाला है कि नहीं है, त्यागी है कि नहीं है। भरमे भूला, इसे भुलेखे विच सब तीर्थ गए भ्रमण करता है, पर वो तपा कैसे परमगत लहे, उच्ची अवस्था तक नहीं पहुँच सकता, भुलेखे च ही रहेगा, क्योंकि दुनिया को भुलेखे च रखता है, भी भुलेखे च जीता है। खैर गरीब नवाज सतगुरु सच्चे पातशाह अपने सिखां नूं भी रोज़ समझाया करते भी इस दी किसी गल का उत्तर देण दी लोड़ नहीं, तुसीं टिका विच रहो, अपना फर्ज अपना नेम निभाओ, अपने ढंग नाल तुरदे जाओ, क्योंकि चाहुंदा है मेरे वाल लोग ध्यान देण, मेरा धड़ा खड़ा होवे, चार बंदे मेरे मगर होण, चार इन्हां मगर होण, एक चंगी इहो जिहा माहौल सिरजण वाले कुछ लोग हुंदे हन। तुसीं छड्ड दिओ इस नूं। ऐसी वारता गोइंदवाल विच भी वापरी, जदों धन गुरु अमरदास महाराज सच्चे पातशाह नूं कबूल बोलिया करदा सी एक तपा, वो है तो गृहस्थी सी, पर महाराज सच्चे पातशाह नूं कई शब्द ऐसे वरतदा। सिख आके कहंदे महाराज सातों सबर नहीं हुंदा, वो इहो जी बोली बोलदा। हजूर ने आखना कोई गल नहीं, मैनूं कहंदा है ना, कह लैण दिओ, कोई तो संयम रखो, तुसीं सतसंगी हो, कुछ तो अपने जीवन अंदर धीरज रखो, बर्दाश्त करो। हर चीज़ की एक हद होंदी है, तुसी बर्दाश्त की अपने अंदर मादा पैदा करो, ये हद है। किते ना किते जाके इस झूठ ने अपने आप खिंड जाना। झूठ बहुत लंबा समा नहीं चलता, जिन्ना समा सच हंड सकता है ना, झूठ नहीं हंड सकता। बस ये भी गुरमत कहती है भी सच नूं जीण दी ते हंडाउण दी तुहाडे अंदर जुगत होनी चाहिए है, जिहड़ी गुरमत सानूं बख्शिश करती है। होया होगी उसका भांडा सारियां दे सामने भज गया, गुरु महाराज नूं कहण दी लोड़ नहीं पई कि तू ये अपना काम बंद कर, हो ही जाना सी। सतगुरु सच्चे पातशाह धन गुरु अंगद साहब महाराज ने उस मलूके नूं आख्या भी वेख प्यारिया,
ਜੀਵਨ ਸੁਧਰੇਗਾ, ਰੋਗਾਂ ਤੋਂ ਮੁਕਤ ਹੋਏਗਾ। ਚੰਗੀ ਸੰਗਤ ਕਰ, ਆਪਣੀ ਸਿਹਤ ਦਾ ਧਿਆਨ ਰੱਖ, ਬੁਰਾਈ ਤੇ ਵਿਕਾਰਾਂ ਤੋਂ ਬਚ ਕੇ ਰਹਿ, ਮਾੜੀ ਸੋਬਤ ਵਿੱਚ ਨਾ ਫਸੀ। ਜਦੋਂ ਠੀਕ ਹੋ ਗਿਆ, ਤਪੇ ਨਾਲ ਪੁਰਾਣਾ ਯਾਰਾਨਾ ਸੀ, ਦੋਸਤੀ ਸੀ, ਬਹਿਣ ਉੱਠਣ ਸੀ, ਉਸਨੇ ਫੇਰ ਭਰਮਾ ਲਿਆ। ਕਹਿਣ ਲੱਗਿਆ ਤੂੰ ਤਾਂ ਆਪਣੇ ਕਰਤੱਵ ਕਰਕੇ ਠੀਕ ਹੋਇਆ, ਗੁਰੂ ਕੋਲ ਇਹੋ ਜਿਹੀ ਕੀ ਚੀਜ਼ ਹੈ? ਇਹ ਸੰਗਤ, ਇਹ ਸਾਰਾ ਕੁਝ, ਇਹ ਤਾਂ ਐਵੇਂ ਹੁੰਦੀਆਂ ਨੇ ਗੱਲਾਂ। ਇਹ ਮੈਂ ਤਪਾਂ ਤੇਰਾ ਮਿੱਤਰ ਹਾਂ, ਤੇਰੇ ਹੱਕ ਵਿੱਚ ਇੰਨੀਆਂ ਦੁਆਵਾਂ ਕੀਤੀਆਂ ਨੇ ਤਾਂ ਬਚਿਆ ਤੂੰ। ਜਾਨੀ ਕਿ ਜਿਸ ਨੂੰ ਆਖਿਆ ਨਾ ਬਾਣੀ ਦੇ ਅੰਦਰ ਗੁਰੂ ਪਾਤਸ਼ਾਹ ਨੇ, ਅਵਰਾਂ ਦੇਖ ਨ ਸੁਣੈ ਅਪੱਖ ਹੈ। ਧਰਮੀ ਜੀਵਨ ਵਿੱਚ ਇੱਕ ਖੜੋਤ ਇਹ ਆਉਂਦੀ ਹੈ ਕਿ ਜਦੋਂ ਬੰਦਾ ਗੁਰੂ ਦੇ ਬਚਨ ਤੋਂ ਬਿਨਾਂ ਦੂਸਰੇ ਪਾਸੇ ਕੰਨ ਧਰ ਕੇ ਹੋਰ ਖਿਆਲਾਂ ਨੂੰ ਸੁਣਦਾ ਹੈ, ਆਪਣੇ ਅੰਦਰ ਹੀ ਉਲਝਦਾ ਰਹਿੰਦਾ ਹੈ। ਉਹ ਸੁਲਝਣ ਵਿੱਚ ਕਈ ਵਾਰ ਉਹਦੇ ਅੰਦਰੋਂ ਥਿੜਕਣ ਵੀ ਪੈਦਾ ਹੋ ਜਾਂਦੀ, ਥਿੜਕ ਜਾਂਦਾ, ਭਰਮਾ ਲੈਂਦੇ ਹਨ। ਛਲ ਸ਼ਬਦ ਮਹਾਰਾਜ ਨੇ ਬਾਣੀ 'ਚ ਵਰਤਿਆ, ਧਰੋ ਸ਼ਬਦ ਬਾਣੀ 'ਚ ਵਰਤਿਆ। ਧਰੋ ਠੱਗੀ ਨੂੰ ਕਹਿੰਦੇ ਹਨ, ਛਲ ਭਰਮਾ ਲੈਣ ਨੂੰ ਕਹਿੰਦੇ ਹਨ। ਛਲ ਸ਼ਬਦ ਜਿਹੜਾ ਹੈ ਵੀ ਮਾਇਆ ਛਲ ਲੈਂਦੀ ਹੈ, ਭਰਮਾ ਲੈਂਦੀ ਹੈ। ਉਹਨੇ ਭਰਮਾ ਲਿਆ, ਨਸ਼ਾ ਵੀ ਪਿਆ ਦਿੱਤਾ। ਗੁਰੂ ਪਾਤਸ਼ਾਹ ਨੂੰ ਕੋਠੇ ਤੇ ਚੜ੍ਹ ਕੇ ਕਬੋਲ ਬੋਲਦਾ ਹੈ ਔਰ ਪੈਰ ਖਿਸਕਿਆ, ਜ਼ਮੀਨ ਤੇ ਡਿੱਗ ਪਿਆ, ਜਾਨ ਨਿਕਲ ਗਈ। ਸਤਿਗੁਰੂ ਮਹਾਰਾਜ ਕੋਲ ਉਹਦਾ ਪਰਿਵਾਰ ਆਉਂਦਾ ਹੈ, ਸਤਿਗੁਰੂ ਪਾਤਸ਼ਾਹ, ਉਹਦੇ ਨਾਲ ਤਾਂ ਜੋ ਹੋਣਾ ਸੀ ਹੋਇਆ, ਪਰ ਇਹ ਲਾਹਨਤ ਉਹ ਸਾਡੇ ਪਰਿਵਾਰ ਨੂੰ ਦੇ ਗਿਆ ਵੀ ਆਪਣੇ ਆਖਰੀ ਸਮੇਂ ਵੀ ਉਹ ਆਪਣੀ ਜ਼ਬਾਨ ਤੋਂ ਤੁਹਾਨੂੰ ਕਬੂਲ ਬੋਲਦਾ ਰਿਹਾ। ਤੁਸੀਂ ਉਹਦੇ ਲਈ ਇੰਨੇ ਹੀ ਯਤਨ ਕੀਤੇ, ਇੰਨਾ ਪਰਉਪਕਾਰ ਉਸ ਉੱਤੇ ਕੀਤਾ, ਪਰ ਉਹ ਨਿਕਰਮਾ ਆਖਰੀ ਸਮੇਂ ਆ ਕੇ ਕੋਠੇ ਦੀ ਛੱਤ ਉੱਤੇ ਖਲੋਤਾ ਤੁਹਾਨੂੰ ਕਬੂਲ ਬੋਲਦਾ ਰਿਹਾ। ਉਸ ਤਪੇ ਦੇ ਆਖੇ ਲੱਗ ਕੇ ਔਰ ਆਪਣੇ ਕਰਤੱਵ ਨਾਲ ਹੀ ਜ਼ਮੀਨ ਤੇ ਡਿੱਗਿਆ ਤੇ ਜਾਨ ਨਿਕਲ ਗਈ। ਨਸ਼ੇੜੀ, ਨਸ਼ੇ ਦੀ ਹਾਲਤ ਵਿੱਚ ਸੀ ਮਹਾਰਾਜ, ਪਰ ਜਾਂਦਿਆਂ ਹੋਇਆਂ ਸਾਡੇ ਸਾਰੇ ਪਰਿਵਾਰ ਦੇ ਮੂੰਹ ਤੇ ਕਾਲਖ ਮੜ ਗਿਆ ਵੀ ਵੇਖੋ ਇਹਨਾਂ ਦਾ ਬੰਦਾ ਗੁਰੂ ਘਰ ਦਾ ਦੋਖੀ ਸੀ, ਇਹ ਕਲੰਕ ਦੇ ਗਿਆ ਸਾਨੂੰ, ਅਸੀਂ ਮੁਆਫੀ ਚਾਹੁੰਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਬਖਸ਼ੋ, ਸਾਡੇ ਤੇ ਰਹਿਮਤ ਕਰੋ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੀ ਉਸ ਜਗ੍ਹਾ ਤੇ ਉਪਦੇਸ਼ ਦਿੱਤਾ, ਸਾਡੇ ਇਤਿਹਾਸਕ ਗ੍ਰੰਥਾਂ ਵਿੱਚ ਨੂੰ ਵਾਰਤਾਲਾਪ ਵਿੱਚ ਲਿਖਿਆ ਹੈ। ਹਜ਼ੂਰ ਮਹਾਰਾਜ ਕਹਿੰਦੇ ਉਸ ਨੂੰ ਡਿੱਗਿਆ ਹੈ ਉਹ ਨਸ਼ੇ ਦੀ ਲੋਰ ਵਿੱਚ, ਕਿਉਂਕਿ ਬੁੱਧੀ ਕਾਇਮ ਨਹੀਂ ਸੀ, ਸਰੀਰ ਨੂੰ ਆਪਣੇ ਨੂੰ ਕੰਟਰੋਲ 'ਚ ਨਹੀਂ ਰੱਖ ਸਕਿਆ। ਪਰ ਹਜ਼ੂਰ ਕਹਿੰਦੇ ਜਿਹੜੇ ਨਸ਼ੇ ਇਸਨੇ ਲਾ ਲਏ ਹੋਏ ਸਨ ਨਾ, ਬੜੇ ਭੈੜੇ ਸਨ। ਇਹ ਤੇ ਨਸ਼ਾ ਇਹਨੇ ਅੱਜ ਕੀਤਾ ਘੜੀ ਦੀ ਘੜੀ, ਪਰ ਦੁਨੀਆ ਵਿੱਚ ਐਸੇ ਕਿੰਨੇ ਮਨੁੱਖ ਹਨ ਜਿਨ੍ਹਾਂ ਨੇ ਆਪਣੇ ਮਨ ਨੂੰ ਕੋਈ ਨਾ ਕੋਈ ਸਦੀਵੀ ਨਸ਼ੇ ਨਾਲ ਜੋੜਿਆ ਹੋਇਆ ਔਰ ਉਹਨਾਂ ਦੇ ਵੀ ਪੈਰ ਜ਼ਮੀਨ ਤੇ ਨਹੀਂ ਲੱਗਦੇ। ਕੋਈ ਹਉਮੈ 'ਚ ਡੁੱਬਿਆ ਹੋਇਆ ਹੈ, ਕੋਈ ਕ੍ਰੋਧ ਵਿੱਚ ਆਪਣੇ ਜੀਵਨ ਨੂੰ ਇਸੇ ਤਰ੍ਹਾਂ ਗਰਕ ਕਰਦਾ ਹੈ, ਕੋਈ ਕਿਸੇ ਵਿਸ਼ੇ ਵਕਾਰ ਵਿੱਚ, ਕੋਈ ਕਿਸੇ ਵਿਸ਼ੇ ਵਕਾਰ ਵਿੱਚ। ਸਾਰੀ ਉਮਰ ਉਹਨਾਂ ਨੂੰ ਸੋਧ ਹੀ ਨਹੀਂ ਰਹਿੰਦੀ ਵੀ ਜੀਵਨ ਕਿੱਥੇ ਲੰਘ ਗਿਆ, ਪਤਾ ਹੀ ਨਹੀਂ ਲੱਗਦਾ ਵੀ ਜੀਵਨ ਕਿਵੇਂ ਆਪਣਾ ਸਮਾਂ ਜੀਵਨ ਦਾ ਬਤੀਤ ਹੁੰਦਾ ਜਾ ਰਿਹਾ, ਪਤਾ ਨਹੀਂ ਕਿਹੜੇ ਨਸ਼ੇ ਵਿੱਚ ਉਹ ਡੁੱਬੇ ਹੋਏ। ਮਦ ਸ਼ਬਦ ਮਹਾਰਾਜ ਨੇ ਬਾਣੀ 'ਚ ਵਰਤਿਆ, ਮਸਤ ਰਹਿਣਾ, ਵੀ ਕਿਸੇ ਵਿਕਾਰ ਦੀ ਮਸਤੀ ਵਿੱਚ ਗਵਾਚੇ ਰਹਿਣਾ, ਵੀ ਸੁੱਧ ਨਹੀਂ, ਕੋਈ ਬੁੱਧ ਨਹੀਂ, ਕੋਈ ਖਿਆਲ ਨਹੀਂ, ਕੋਈ ਚੇਤਨਾ ਨਹੀਂ ਅੰਦਰ, ਕੋਈ ਹਰਕਤ ਨਹੀਂ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਪੜ੍ਹੀ, ਉਹ ਵੀ ਕਹਿੰਦੇ ਨੇ, ਜੋਬਨ ਧਨ ਪ੍ਰਭਤਾ ਕੈ ਮਦ ਮੈਂ ਅਹਨਿਸ ਰਹਿ ਦੀਵਾਨਾ। ਜੋਬਨ ਦਾ ਅਰਥ ਹੁੰਦਾ ਜਵਾਨੀ, ਧਨ ਸੰਪਦਾ, ਪ੍ਰਭਤਾ ਵਡਿਆਈ, ਮਾਣ ਸਨਮਾਨ। ਹਜ਼ੂਰ ਕਹਿੰਦੇ ਨੇ ਬਹੁਤਾਤ ਲੋਕ ਇਹਨਾਂ ਨਸ਼ਿਆਂ ਵਿੱਚ ਦਿਨ ਰਾਤ ਚੱਲੇ ਹੋਏ ਪਏ ਹਨ। ਜੋਬਨ ਧਨ ਪ੍ਰਭਤਾ ਕੈ ਮਦ ਮੈਂ ਅਹਨਿਸ, ਦਿਨ ਰਾਤ ਇਹ ਮਨ ਝੱਲਾ ਤੇ ਪਾਗਲ ਹੋਇਆ ਫਿਰਦਾ ਹੈ, ਜਾਨੀ ਕਿ ਆਪਣੀ ਸੁੱਧ ਬੁੱਧ ਤੋਂ ਬਿਲਕੁਲ ਮੁਕਤ ਹੋਇਆ ਪਿਆ। ਧੰਨ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ, ਇਹ ਹਨ ਉਹ ਬੇੜੀਆਂ, ਇਹ ਹਨ ਉਹ ਜੰਜਾਲ ਤੇ ਉਹ ਬੰਧਨ, ਉਹ ਹਨੇਰੇ ਖੂਹ ਜਿਨ੍ਹਾਂ ਵਿੱਚ ਇਹ ਮਨ ਪੂਰੀ ਤਰ੍ਹਾਂ ਨਾਲ ਡਿੱਗਿਆ ਪਿਆ। ਇਹ ਕੱਟੇ ਜਾਣਗੇ, ਇਹਨਾਂ ਤੋਂ ਮੁਕਤ ਹੋ ਸਕਦਾ ਹੈ ਮਨੁੱਖ। ਪਰ ਸਤਿਗੁਰੂ ਕਹਿੰਦੇ ਨੇ ਜਮ ਕੰਕਰ ਜੋ ਨਾ ਸਕਈ। ਜਮ ਕੰਕਰ ਕਹਿੰਦੇ ਹਨ ਸੇਵਕ ਨੂੰ, ਜਮ ਦਾ ਸੇਵਕ, ਆਤਮਕ ਮੌਤ, ਅੰਦਰ ਦੀ ਮੌਤ ਜਿਹੜੀ ਇਹਨਾਂ ਜੰਜਾਲਾਂ ਕਰਕੇ ਹੋਈ। ਮਹਾਰਾਜ ਕਹਿੰਦੇ ਉਹ ਜੋ ਨਹੀਂ ਸਕਦਾ, ਉਹ ਇਸ ਨੂੰ ਫੜ ਨਹੀਂ ਸਕਦਾ ਫਿਰ ਇਸ ਜੀਵ ਨੂੰ,
ਨਾਨਕ ਪ੍ਰਭੂ ਦਇਆਲ, ਜਿਸ ਨੇ ਉਸ ਦਇਆਵਾਨ ਅਕਾਲ ਪੁਰਖ ਨਾਲ, ਪ੍ਰਭੂ ਨਾਲ ਸਾਂਝ ਬਣਾਈ। ਪੌੜੀ ਵਿੱਚ ਹਜ਼ੂਰ ਕਹਿੰਦੇ ਨੇ, ਅਸ਼ਟਮੀ ਅਸ਼ਟ ਸਿੱਧ ਨਵ ਨਿਧ। ਕਿਤੇ ਕਿਤੇ ਗੁਰੂ ਮਹਾਰਾਜ ਨੇ ਰਿੱਧੀਆਂ ਤੇ ਸਿੱਧੀਆਂ ਦਾ ਜ਼ਾਰਾ ਸਿੱਧੇ ਰੂਪ ਵਿੱਚ ਖੰਡਨ ਕੀਤਾ। ਕਿਤੇ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਨੂੰ ਇਵੇਂ ਬਿਆਨ ਕਰਦੇ ਨੇ, ਰਿੱਧ ਸਿੱਧ ਅਵਰਾਂ ਸਾਧ, ਰਿੱਧ ਸਿੱਧ ਨਾਵੇਂ ਕੀ ਦਾਸੀ, ਨਵ ਨਿਧੀ 18 ਸਿੱਧੀ, ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਯਾਨੀ ਕਿ ਜਿਹੜਾ ਜੀਵਨ, ਜਿਹੜੀ ਦਾਤ ਬਖਸ਼ਿਸ਼ ਗੁਰੂ ਪਾਤਸ਼ਾਹ ਨੇ ਬਾਣੀ 'ਚ ਨਾਮ ਦੀ ਦਿੱਤੀ ਹੈ ਨਾ, ਬਾਕੀ ਸਭ ਚੀਜ਼ਾਂ ਨੂੰ ਉਸ ਤੋਂ ਥੱਲੇ ਮੰਨਿਆ। ਇਹ ਚੀਜ਼ਾਂ ਦੀ ਉਹਨਾਂ ਸਾਹਮਣੇ ਕੋਈ ਪਾਇਆ ਹੀ ਨਹੀਂ। ਖੇਮ ਸ਼ਾਂਤ, ਜਿਸ ਨੂੰ ਆ ਕੇ ਖੇਮ ਦਾ ਅਰਥ ਹੁੰਦਾ ਹੈ ਖੁਸ਼ੀ, ਸ਼ਾਂਤ ਦਾ ਅਰਥ ਹੁੰਦਾ ਹੈ ਟਿਕਾ। ਪਰ ਤੁਸੀਂ ਸਾਰੀ ਜ਼ਿੰਦਗੀ ਬੰਦਾ ਇਹਨਾਂ ਦੋ ਦਾਤਾਂ ਵਾਸਤੇ ਸਫ਼ਰ ਕਰ ਰਿਹਾ। ਖੁਸ਼ੀ ਮਿਲ ਜਾਏ ਤੇ ਟਿਕਾ ਮਿਲ ਜਾਏ, ਖੁਸ਼ੀ ਮਿਲ ਜਾਏ ਤੇ ਸਹਿਜ ਆ ਜਾਏ। ਦੋ ਹੀ ਚੀਜ਼ਾਂ ਨੇ ਜਿਨ੍ਹਾਂ ਦੇ ਦੁਆਲੇ ਸਾਡਾ ਸਾਰੀ ਜ਼ਿੰਦਗੀ ਦਾ ਸਫ਼ਰ ਹੋ ਰਿਹਾ। ਰਿੱਧ ਨਵ ਨਿਧ, ਬੁੱਧ ਗਿਆਨ ਸਰਬ ਤੈ ਸਿੱਧ, ਵਿਦਿਆ ਤਾਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉਤਮ ਇਸ਼ਨਾਨ। ਇਹ ਸਾਰੇ ਕਰਮ ਕਿਸ ਵਿੱਚ ਹਨ? ਅਖੀਰ ਉੱਤੇ ਗੁਰੂ ਅਰਜਨ ਸਾਹਿਬ ਮਹਾਰਾਜ ਇਹਨਾਂ ਸਭਨਾਂ ਦਾ ਰਿਜ਼ਲਟ ਵੀ ਇਹ ਹੀ ਕੱਢਦੇ ਹਨ ਵੀ ਅਕਾਲ ਪੁਰਖ ਦੇ ਨਾਮ ਤੋਂ ਛੁੱਟ ਇਹਨਾਂ ਸਾਰੀਆਂ ਚੀਜ਼ਾਂ ਵਿੱਚੋਂ ਉਹ ਸੁੱਖ ਨਹੀਂ ਮਿਲ ਸਕਦਾ ਜੋ ਉਹਦੇ ਨਾਮ ਵਿੱਚੋਂ ਮਿਲ ਸਕਦਾ। ਸੁੱਖ ਨਾਹੀ ਰੇ ਹਰ ਭਗਤ ਬਿਨਾ, ਜੀਤ ਜਨਮੇ ਰਤਨ ਅਮੋਲਕ, ਸਾਧ ਸੰਗਤ ਜਪ ਇੱਕ ਖਿਨਾ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ 8 ਸਿੱਧੀਆਂ ਤੇ 9 ਨਿਧੀਆਂ। ਜੋਗ ਮਤ ਨੇ ਵੈਸੇ ਆਪਣੇ ਫਲਸਫੇ ਵਿੱਚ ਮੰਨਿਆ ਹੈ ਕਿ ਜਦੋਂ ਜੋਗੀ ਪ੍ਰਾਣਾਯਾਮ ਕਰਦਾ ਹੈ, ਤਪ ਕਰਦਾ ਹੈ, ਔਰ ਉਹਦੇ ਸਾਹਮਣੇ ਇੱਕ ਐਸੀ ਅਵਸਥਾ ਆਉਂਦੀ ਹੈ ਜਿੱਥੇ ਉਹ ਰਿੱਧੀਆਂ ਔਰ ਸਿੱਧੀਆਂ ਜ਼ਾਹਰਾ ਕਰਾਮਾਤਾਂ ਦਾ ਮਾਲਕ ਹੋ ਜਾਂਦਾ ਹੈ। ਇਹ ਜੋਗ ਮਤ ਦੀ ਫਿਲਾਸਫੀ ਵਿੱਚ ਇਹ ਗੱਲ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਜਿਸ ਵੇਲੇ ਸਿੱਧਾਂ ਨੇ ਪੁੱਛਿਆ, ਭਾਈ ਗੁਰਦਾਸ ਜੀ ਦਾ ਜ਼ਿਕਰ ਕਰਦੇ ਹਨ ਕਿ ਕੌਣ ਸ਼ਕਤ ਤੋਹੇ ਇੱਥੇ ਲਿਆਈ, ਭਾਵ ਵੀ ਤੁਸੀਂ ਇੱਥੇ ਸਾਡੇ ਤੱਕ ਪਹੁੰਚੇ ਹੋ, ਸਾਡੇ ਵਰਗੇ ਤੁਸੀਂ ਕੱਪੜੇ ਪਾਏ ਨੇ, ਅਸੀਂ ਤਾਂ ਆਪਣੀਆਂ ਰਿੱਧੀਆਂ ਸਿੱਧੀਆਂ ਦੀ ਕਮਾਈ ਹਿੱਤ ਇਹ ਅਸੀਂ ਕਮਾ ਲਈਏ ਤੇ ਇੱਥੋਂ ਤੱਕ ਪਹੁੰਚ, ਸਾਡੀ ਤਾਂ ਇਹ ਮਕਸਦ ਤੇ ਏਮ ਹੈ, ਪਰਪਜ ਹੈ। ਤੁਹਾਡਾ ਕੀ ਹੈ? ਤੁਹਾਡੇ ਅੰਦਰ ਕਿਹੜੀ ਸ਼ਕਤੀ ਕੰਮ ਕਰਦੀ ਹੈ? ਹਜ਼ੂਰ ਨੇ 2 ਚੀਜ਼ਾਂ ਦਾ ਜ਼ਿਕਰ ਕੀਤਾ, ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈਰਾਈ। ਗੁਰੂ ਦੀ ਸੰਗਤ, ਰੱਬ ਦੀ ਸਿਫਤ ਸਲਾਹ, ਇਹਦੇ ਤੋਂ ਇਲਾਵਾ ਸਾਡੇ ਕੋਲ ਕੋਈ ਦੂਸਰੀ ਤਾਕਤ ਨਹੀਂ। ਇਹੀ ਸਾਡੀ ਅਸਲ ਤਾਕਤ ਹੈ। ਔਰ ਭਾਰਤ ਦੇ ਇਤਿਹਾਸ ਵਿੱਚ ਤੁਸੀਂ ਪੜ੍ਹੋਗੇ ਕਿਸੇ ਜੋਗੀ ਨੇ ਬੰਦ ਨਹੀਂ ਕਟਾਏ। ਹਾਂ, ਕਰਮ ਯੋਗੀ ਨੇ ਕਟਵਾਏ। ਜਿਹੜਾ ਕਰਮ ਭੂਮ ਹੈ, ਬੋ ਨਾਮ ਦਾ ਧਾਰਨੀ ਹੈ ਨਾ, ਕਰਮ ਭੂਮੀ ਕਿਰਤ ਦੇ ਖੇਤਰ 'ਚ ਵਿਚਰਨ ਵਾਲਾ, ਉਹਨ ਕਟਾਏ। ਕੋਈ ਤਿਆਗੀ ਵੈਰਾਗੀ ਤਤੀ ਤਵੀ ਤੇ ਨਹੀਂ ਬਿਰਾਜਿਆ। ਉਹ ਬਿਰਾਜਿਆ ਜਿਸ ਨੇ ਆਪਣੇ ਅੰਦਰ ਅਕਾਲ ਪੁਰਖ ਦੇ ਨਾਮ ਨੂੰ ਪ੍ਰਤੱਖ ਝਲਕਾਰੇ ਦੇ ਰੂਪ ਵਿੱਚ ਵੇਖਿਆ, ਔਰ ਜਿਸ ਦਾ ਜੀਵਨ ਰੱਬ ਨੂੰ ਪੂਰਨ ਰੂਪ ਵਿੱਚ ਸਮਰਪਿਤ ਹੈ। ਉਹ ਸਿੱਧਕੀ ਬੈਠੇ ਆਰਿਆਂ ਦੀ ਛਾਂ ਹੇਠ, ਖੋਪਰ ਲੁਹਾਉਣ ਵਾਲੇ। ਪਰ ਇਹ ਜੀਵਨ ਜਿਹੜੇ ਸਾਨੂੰ ਇਸ ਮੰਜ਼ਿਲ ਤੇ ਪਹੁੰਚੇ ਹੋਏ ਤੁਸੀਂ ਵੇਖਦੇ ਹੋ ਨਾ, ਇਹ ਜੀਵਨ ਨੂੰ ਇੱਕ ਸਫ਼ਰ ਕਰਕੇ ਇੱਥੋਂ ਤੱਕ ਆਉਣਾ ਪਿਆ, ਜਿਸ ਨੂੰ ਅਸੀਂ ਨਾਮ ਦੀ ਗੁਰਮਤ ਦੀ ਕਮਾਈ ਕਹਿੰਦੇ ਹਾਂ। ਗਰੀਬ ਨਵਾਜ ਪਾਤਸ਼ਾਹ ਜੀ ਆਖਦੇ ਨੇ, ਸਗਲ ਪਦਾਰਥ ਪੂਰਨ ਬੁੱਧ। ਸਾਰੇ ਪਦਾਰਥਾਂ ਦਾ ਜੋ ਸਵਾਦ ਹੈ ਪੂਰਨ ਬੁੱਧ ਅੰਦਰ ਵਿਵੇਕ ਦਾ ਚਾਨਣ ਹੋ ਜਾਣਾ। ਗੁਰੂ ਦੇ ਬਖਸ਼ਿਸ਼ ਕੀਤੇ ਹੋਏ ਵਿਵੇਕ ਦੀ ਰੋਸ਼ਨੀ ਬੁੱਧੀ ਵਿੱਚ ਆ ਜਾਣੀ, ਸੱਚ ਤੇ ਝੂਠ ਦੀ ਪਰਖ ਕਰ ਲੈਣ ਵਾਲਾ ਸੁਭਾਅ। ਗੁਰੂ ਮਹਾਰਾਜ ਕਹਿੰਦੇ ਸਮਝੋ ਉਸ ਵਿੱਚ ਸਾਰੇ ਹੀ ਉਹ ਆਤਮਕ ਪਦਾਰਥ ਪਏ ਹੋਏ ਹਨ। ਕਮਲ ਪ੍ਰਗਾਸ ਸਦਾ ਆਨੰਦ। ਜਿਵੇਂ ਸੂਰਜ ਦੇ ਚੜ੍ਹਨ ਨਾਲ ਉਹਦੀਆਂ ਕਿਰਨਾਂ ਜਦੋਂ ਕਮਲ ਫੁੱਲ ਤੇ ਆ ਕੇ ਪੈਂਦੀਆਂ ਨੇ, ਉਹ ਖਿੜ ਜਾਂਦਾ ਹੈ। ਮਹਾਰਾਜ ਕਹਿੰਦੇ ਜਦੋਂ ਰੱਬੀ ਗੁਣਾ ਨਾਮ ਨਾਲ ਸਾਂਝ ਬਣੀ, ਹਿਰਦੇ ਦਾ ਕਮਲ ਫੁੱਲ ਖਿੜ ਉਠਿਆ, ਭਾਵ ਅੰਦਰ ਦੀ ਉਦਾਸੀ, ਮਾਯੂਸੀ ਤੇ ਢਹਿੰਦੀ ਕਲਾ ਕਾਫੂਰ ਹੋ ਗਈ। ਮਨ ਅੰਦਰ ਉਤਸ਼ਾਹ, ਖੇੜਾ, ਚੜ੍ਹਦੀ ਕਲਾ। ਬਸੰਤ ਰਾਗ ਦੇ ਵਿੱਚ ਗੁਰੂ ਮਹਾਰਾਜ ਨੇ ਬਹੁਤਾਤ ਵਿਚਾਰ ਹੀ ਇਹ ਦਿੱਤੇ ਨੇ। ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ, ਕੰਤ ਜਿਨ ਕੇ ਕੰਤ ਦਿਸ਼ਾ ਪੂਰੀ ਸਿਆਹ ਨਿਸਫਿਰੈ ਜਲਾ। ਬਸੰਤ ਵਿੱਚ ਬਨਸਪਤੀ ਮੌਲਦੀ ਹੈ, ਖਿੜਦੀ ਹੈ। ਹਜ਼ੂਰ ਕਹਿੰਦੇ ਉਹਨਾਂ ਅੰਦਰ ਤਾਂ ਸਦਾ ਹੀ ਬਸੰਤ ਹੈ, ਸਦਾ ਹੀ ਖੇੜਾ ਹੈ। ਨਿਰਮਲ ਰੀਤ ਨਿਰੋਧਰ ਮੰਤ।
महाराज कहते ने अकाल पुरख का वो नाम रब्बी वो सिफत सलाह गुरु का शब्द जिस दा प्रभाव गवाया नहीं जा सकता। गौर करना भी जिस चीज़ का प्रभाव निरुद्धर दा अर्थ होंदा जिहदे उत्ते कोई दूसरी चीज़ असर ना कर सके। जे गुरु दे उपदेश राही अकाल पुरख का नाम जीवन विच वस गया उस उत्ते किसी होर चीज़ का प्रभाव नहीं पै सकता, उन्होंने ढक नहीं सकता। इनू आख्या गया निरुद्धर। और इहदे राही जो जीवन बनने निर्मल रीत, रीत दा अर्थ हुंदा है जीवन की रहनी, जीवन का ढंग निर्मल पवित्र हो गया। जिन्हों उत्तम करनी सतगुरु बाणी विच कहिंदे हन, जिन्हों उजला मुख बाणी विच कहिंदे हन, जिसनों गुरु पातशाह जी आखदे ने हर हर कथा निराली, भी जीवन की सारी कहानी ही निराली वखरी हो जाती है। जिसनों धन गुरु अमरदास महाराज व्याख्या दिंदियां कहिंदे ने भगतां की चाल निराली, चाला निराली भगतां हकेरी बिखम मार्ग चलना, लब लोभ अहंकार तज तृष्णा बहुत नाही बोलना, कन्यो तिखी वालों निकी एत मार्ग जान। हुण ये सारी उस जीवन की वार्ता है। धन गुरु अमरदास महाराज बयान कर रहे हैं जिथे विकारां ते चस्कियां ते मन ने गुरु के शब्द अकाल पुरख की इबादत राही कंट्रोल कर लिया, काबू पा लिया, जिसनों असीं संजम बाणी दे विच जिहड़ा संजम शब्द आया कि जाप तप संजम धर्म ना कमाया, सेवा साध ना जानिया हर राया। ये अकाल पुरख जी साथों संजम नहीं कमाया गया। संजम का अर्थ है मर्यादा, परहेज, जिहड़ी चीज़ तो परहेज करना चाहिए नहीं होया। इत्थे संजम का अर्थ मर्यादा नेम है, वो नेम जिहड़ा आत्मक जीवन के भले वास्ते है। तो गरीब नवाज कहते हैं सगल धर्म पवित्र इशनान, जिन्ने भी दुनिया के मत मतांतर उन्हों की कमाई करनी, तीर्थ इशनाना दे पवित्र जड़े मन्ने जाते वो इशनान करने, सब मैं ऊच विशेख ज्ञान इन्हां सारियां विचों अते शास्त्रां दीयां दसियां जुगतां ते बाकी सारे किस्म के ज्ञान दे विचों सब तो श्रेष्ठ रुतबा है रब की सिफत सलाह दा, रब्बी ज्ञान का। महाराज कहते सब तो श्रेष्ठ जिन्ने भी दुनिया के दसे धर्म कर्म ने बंदा वो कर ले, पवित्र समझे जान वाले इशनान कर ले, शास्त्रां दे पठन पाठ सुन ले, पर इन्हां सबना दे विचों हजूर कहते श्रोमणी रुतबा किसदा है, जीवन का भला कौन करेगा इन्हां सारे कर्मां चों, रब्बी सिफत सलाह करेगी। हर हर भजन पूरे गुर संग, श्रेष्ठ है इन्हां सबना विचों गुरु दी संगत, गुरु दे संग, गुरु दी नेड़ता विचों अकाल पुरख दा कीता होया भजन, ओदी इबादत, ओदी बंदगी, उस अकाल पुरख दे गुण और नाम नाल बनाई सांझ, जिसनों हजूर कहते ने बंदे बंदगी इख्तियार। इख्तियार शब्द बने इख्तियार तो, इनू ग्रहण कर, इनू धारण कर। हजूर कहते ने जप तरीए जप के तर जाईदा है, नानक नाम हर रंग, हरि अकाल पुरख के नाम के प्यार विच उस नाम नू दृढ़ करके रब्बी गुणा नू, रब्बी जीवन नू गुरु के उपदेश की कमाई दे राही जी के तर जाईदा है संसार के विकारां दे भवजल नू। उस संसार भवजल नू पार कर जाते हैं जिन्हां उत्ते सतगुरु के शब्द की बरकत और बख्शिश हो जाती है। गुरु महाराज रहमत कृपा बख्शिश करन। सतगुरु जी का यह पावन उपदेश साडे जीवन का हिस्सा बने। होईयां भुलां चुकां दी गुरु पातशाह जी खिमा बख्शिश करन। सबना दा धन्नवाद। अदब सहित गुरु फतेह नाल सांझ बनाओ। वाहिगुरु जी का खालसा, वाहिगुरु जी की फतेह।